प्रेज द लॉर्ड। ਅਸੀਂ ਜਿਹੜਾ ਪਿਛਲੇ ਹਫਤੇ ਵਿਸ਼ਾ ਛੱਡਿਆ ਸੀ ਉਹਨੂੰ ਮੁਕੰਮਲ ਕਰਾਂਗੇ ਅੱਜ। ਹਾਲੇਲੂਇਆ। ਸੋ ਅਸੀਂ ਪਹੁੰਚੇ ਸੀ, ਇਸ ਲਈ ਲਿਖਿਆ ਹੈ ਕਿ ਬੱਚੇ ਨੂੰ ਉਸੇ ਮਾਰਗ ਦੀ ਸਿੱਖਿਆ ਦੇ ਜਿਸ ਉੱਤੇ ਉਸਨੇ ਚੱਲਣਾ। ਹਾਲੇਲੂਇਆ। ਸੋ ਜੈਸੀ ਸਿੱਖਿਆ ਦੇਵਾਂਗੇ ਉਸੇ ਮੁਤਾਬਕ ਹੀ ਬੱਚਾ ਚੱਲੇਗਾ, ਕਿਉਂਕਿ ਬੱਚਾ ਸਾਨੂੰ ਦੇਖਦਾ ਆ, ਸਾਨੂੰ ਫਾਲੋ ਕਰਦਾ ਹੈ। ਮਾਂ ਬਾਪ ਨੂੰ ਜੋ ਕਰਦੇ ਆ ਦੇਖਦਾ ਹੈ, ਬੱਚਾ ਉਹੀ ਕਰੇਗਾ। ਅਸੀਂ ਅਗਰ ਬੱਚਿਆਂ ਦੇ ਅੱਗੇ ਧਾਰਮਿਕਤਾ ਪੇਸ਼ ਕਰਾਂਗੇ ਤਾਂ ਬੱਚੇ ਵੀ ਧਾਰਮਿਕਤਾ ਨੂੰ ਫਾਲੋ ਕਰਨਗੇ, ਅਤੇ ਜੇ ਅਸੀਂ ਬੱਚਿਆਂ ਦੇ ਅੱਗੇ ਬਦ ਚੱਲਣੀ ਨੂੰ ਪੇਸ਼ ਕਰਾਂਗੇ ਤਾਂ ਬੱਚੇ ਵੀ ਬਦ ਚੱਲਣੀ ਨੂੰ ਇਖਤਿਆਰ ਕਰਨਗੇ। ਅਗਰ ਬਾਪ ਮੇਜ਼ ਸਜਾ ਕੇ ਬੱਚੇ ਦੇ ਸਾਹਮਣੇ ਸ਼ਰਾਬ ਪੀਂਦਾ ਹੈ तो फिर बच्चा भी उस चीज़ ਨੂੰ फॉलो करेगा। मतलब कि जो काम एक माँ बाप करता है ज़्यादातर बच्चे उस चीज़ ਨੂੰ ही उस चीज़ ਨੂੰ फॉलो करते हैं। ਅਸੀਂ देखते हैं फिल्म इंडस्ट्री ਨੂੰ कि ਉਹਨਾਂ ਦੇ ਬੱਚਿਆਂ ਦਾ ਸ਼ੁਰੂ ਤੋਂ ਹੁੰਦਾ ਵੀ ਸਾਡਾ ਡੈਡੀ ਕੀ ਸੀਗਾ, ਭਲਾ ਕੀ ਸੀਗਾ, ਹੀਰੋ ਸੀ ਤਾਂ ਅਸੀਂ ਵੀ ਕੀ ਮੰਨਣਾ, ਹੀਰੋ ਬਣਨਾ। ਯਾਨੀ ਕਿ ਬਚਪਨ ਤੋਂ ਹੀ ਉਹਨਾਂ ਦਾ ਮਾਈਂਡ ਸੈੱਟ ਹੋ ਜਾਂਦਾ ਹੈ, ਧਾਰਨਾ ਬਣ ਜਾਂਦੀ ਹੈ ਕਿ ਸਾਡੇ ਮਾਂ ਬਾਪ ਆਹ ਕੰਮ ਕਰਦੇ ਸੀ, ਅਸੀਂ ਵੀ ਇਹੋ ਕਰਾਂਗੇ ਨਾ। ਸੋ ਜੋ ਕਰਦੇ ਦੇਖਦੇ ਆ ਉਹ ਸਿੰਗਰ ਦੇ ਬੱਚੇ ਨੂੰ ਇਹ ਹੁੰਦਾ ਵੀ ਜਿੱਦਾਂ ਮੇਰਾ ਡੈਡੀ ਸਿੰਗਰ ਆ ਉੱਦਾਂ ਮੈਂ ਵੀ ਸਿੰਗਰ ਬਣਾ। ਸੋ ਬੱਚੇ ਨੂੰ ਉਸੇ ਮਾਰਗ ਦੀ ਸਿੱਖਿਆ ਦਿਓ ਜਿਸ ਉੱਤੇ ਉਹਨੇ ਚੱਲਣਾ ਹੈ, ਅਤੇ ਜੋ ਕੁਛ ਉਹ ਬਚਪਨ 'ਚ ਸਿੱਖੇਗਾ ਫਿਰ ਵੱਡੇ ਹੋਣ ਤੱਕ ਉਹਦਾ ਸੁਭਾਅ, ਉਹਦੀ ਆਦਤ ਵੈਸੀ ਹੀ ਬਣੀ ਰਹੇਗੀ। ਸਿੱਖਿਆ ਦਾ ਮਤਲਬ ਸਿਰਫ ਬੱਚਿਆਂ ਦੇ ਨਾਲ ਗੱਲਾਂ ਬਾਤਾਂ ਕਰਨਾ ਨਹੀਂ। ਸਿੱਖਿਆ ਦਾ ਮਤਲਬ ਬੱਚਿਆਂ ਦੇ ਨਾਲ ਸਿਰਫ ਚੰਗੀਆਂ ਗੱਲਾਂ ਬਾਤਾਂ ਕਰਨਾ ਨਹੀਂ ਹੈ। ਹਰ ਮਾਂ ਬਾਪ ਬੱਚੇ ਨੂੰ ਸਿਖਾਉਂਦਾ ਆ ਕਿ ਤੁਸੀਂ ਝੂਠ ਨਾ ਬੋਲੋ। ਕੀ ਕਹਿੰਦਾ? ਹਰ ਮਾਂ ਬਾਪ ਬੱਚੇ ਨੂੰ ਸਿਖਾਉਂਦਾ ਤੁਸੀਂ ਝੂਠ ਨਾ ਬੋਲੋ, ਪਰ ਉਹੋ ਹੀ ਮਾਂ ਬਾਪ ਜਿਹੜਾ ਬੱਚੇ ਨੂੰ ਕਹਿੰਦਾ ਤੁਸੀਂ ਝੂਠ ਨਾ ਬੋਲੋ, ਉਹੋ ਹੀ ਬੱਚੇ ਉਸੇ ਮਾਂ ਬਾਪ ਨੂੰ ਸਾਰੀ ਉਮਰ ਝੂਠ ਬੋਲਦਿਆਂ, ਅਤੇ ਫਿਰ ਉਹ ਚੀਜ਼ ਜਿਹੜੀ ਆ ਬੱਚੇ ਦੇ ਵਿੱਚ ਅਸਰ ਨਹੀਂ ਕਰ ਸਕਦੀ, ਕਿਉਂਕਿ ਅਸੀਂ ਸਿਰਫ ਕਹਿੰਦੇ ਹਾਂ ਅਤੇ ਬੱਚਾ ਵੀ ਫਿਰ ਸਿਰਫ ਸੁਣਦਾ ਹੀ ਆ। ਇਸ ਤੋਂ ਅੱਗੇ ਉਹਨੂੰ ਵੀ ਕੋਈ ਮਤਲਬ ਨਹੀਂ ਹੈ, ਕਿਉਂਕਿ ਜੋ ਅਸੀਂ ਕਰਦੇ ਨਹੀਂ ਆ ਫਿਰ ਸਾਨੂੰ ਇਖਤਿਆਰ ਵੀ ਨਹੀਂ ਹੈ। ਅਸੀਂ ਬੱਚੇ ਨੂੰ ਕੀ ਕਹੀਏ ਭਲਾ? ਅਸੀਂ ਉਹ ਕੰਮ ਕਰਨ ਲਈ ਬੱਚੇ ਨੂੰ ਕਹੀਏ, ਸਾਨੂੰ ਇਖਤਿਆਰ ਨਹੀਂ ਆ। ਅਤੇ ਜੇ ਕੋਈ ਮਾਂ ਬਾਪ ਐਸਾ ਹੋਵੇ ਜਿਹੜਾ ਬੱਚੇ ਨੂੰ ਕਹੇ ਵੀ ਤੁਸੀਂ ਝੂਠ ਨਹੀਂ ਬੋਲਣਾ, ਔਰ ਉਹੀ ਬੱਚਾ ਆਪਣੇ ਮਾਂ ਬਾਪ ਨੂੰ ਝੂਠ ਨਾ ਬੋਲਣ ਦੀ ਕੀਮਤ ਦਿੰਦਿਆਂ ਹੋਇਆਂ ਦੇਖੇ, ਅਤੇ ਫਿਰ ਉਹਨੂੰ ਸੱਚ ਦੀ ਕਦਰ ਹੋਊਗੀ, ਫਿਰ ਉਹਨੂੰ ਸੱਚ 'ਤੇ ਚੱਲਣ ਦਾ ਪਤਾ ਲੱਗੂਗਾ, ਫਿਰ ਉਹਨੂੰ ਪਤਾ ਲੱਗੂਗਾ ਕਿ ਸੱਚ ਅਸਲ ਦੇ ਵਿੱਚ ਹੁੰਦਾ ਕੀ ਆ ਅਤੇ ਉਹਦੇ 'ਤੇ ਚੱਲਣ ਦਾ ਫਾਇਦਾ ਕੀ ਹੈ। ਅਤੇ ਜੇ ਅਸੀਂ ਸਿਰਫ ਸਿੱਖਿਆ ਦੇਵਾਂਗੇ ਅਤੇ ਫਿਰ ਉਹਦਾ ਕੋਈ ਫਾਇਦਾ। ਅੱਜ ਚਰਚਾਂ ਦੇ ਵਿੱਚ ਵੀ ਇਹੋ ਕੁਛ ਹੋ ਰਿਹਾ। ਸਿੱਖਿਆ 'ਤੇ ਹੁਣ ਜਿਹੜਾ ਇਸ ਟਾਈਮ ਲੈਵਲ ਚੱਲ ਰਿਹਾ, ਜਿਵੇਂ ਬੱਚਿਆਂ 'ਚ ਲਿਖਿਆ ਵੀ ਅੰਤ ਸਮੇਂ ਦੇ ਵਿੱਚ ਗਿਆਨ ਚਰਮ ਸੀਮਾ 'ਤੇ ਪਹੁੰਚੂਗਾ, ਔਰ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਇਸ ਟਾਈਮ ਬੁਲੰਦੀਆਂ ਛੂਹ ਰਿਹਾ। ਲੇਕਿਨ ਸਿਰਫ ਸਿੱਖਿਆ ਦਾ ਕੀ ਹੈ? ਗਿਆਨ ਬੜਾ ਸੁਣਾਇਆ ਜਾ ਰਿਹਾ, ਬੜਾ ਦੱਸਿਆ ਜਾ ਰਿਹਾ, ਪਰ ਉਹ ਸਿਰਫ ਦੱਸਣ ਤੱਕ ਅਤੇ ਸੁਣਨ ਤੱਕ ਹੀ ਰਹਿ ਗਿਆ, ਕਿਉਂਕਿ ਦੱਸਣ ਵਾਲੇ ਆਪ ਵੀ ਉਹਨੂੰ ਫਾਲੋ। ਅਤੇ ਜਿਹੜੇ ਐਸੇ ਸੰਤ ਆ ਜਿਨ੍ਹਾਂ ਨੂੰ ਕਲੀਸਿਆ ਦੇਖਦੀ ਆ ਵੀ ਉਹ ਜੋ ਕਹਿੰਦੇ ਉਹ ਆਪ ਵੀ ਕਰਦੇ ਆ, ਅਤੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਉਹ ਕਲੀਸਿਆ ਫਿਰ ਉਹਨਾਂ ਨੂੰ ਫਾਲੋ ਵੀ ਕਰਦੀ ਹੈ, ਕਿਉਂਕਿ ਜੈਸਾ ਗੁਰੂ ਨੂੰ ਕਰਦਿਆਂ ਵੇਖਣਗੇ ਚੇਲੇ ਵੈਸਾ ਹੀ ਫਿਰ ਬਣਨ ਦਾ ਯਤਨ ਕਰਨਗੇ। ਤੁਸੀਂ ਦੇਖ ਲਓ ਵੀ ਕਲਾਕਾਰ ਜਿਹੜੇ ਹੁੰਦੇ ਨਾ, ਇਹਨਾਂ ਦਾ ਕਿੰਨਾ ਆਪਸ 'ਚ ਹੋ ਜਾਂਦਾ ਸਿਸਟਮ ਵੀ ਇੱਕ ਸ਼ਾਗਿਰਦ ਕਿਸੇ ਘਰ 'ਚ ਜਨਮਿਆ ਹੁੰਦਾ, ਉਸਤਾਦ ਕਿਸੇ ਘਰ 'ਚ ਜਨਮਿਆ ਹੁੰਦਾ, ਲੇਕਿਨ ਜਿਸ ਉਸਤਾਦ ਦੇ ਕੋਲੋਂ ਉਹਨੇ ਗਾਇਕੀ ਨੂੰ ਸਿੱਖਿਆ ਹੁੰਦਾ ਨਾ, ਜਦੋਂ ਉਹ ਹਾਰਮੋਨੀਅਮ ਦੇ ਉੱਤੇ ਉਂਗਲੀ ਰੱਖਦਾ ਅਤੇ ਪਹਿਲਾ ਸੁਰ ਲਾਉਂਦਾ ਤਾਂ ਤਕਰੀਬਨ ਜਾਣਕਾਰਾਂ ਨੂੰ ਪਤਾ ਲੱਗ ਜਾਂਦਾ ਕਿ ਇਹਦਾ ਚੇਲਾ ਭਲਾ। ਗਾਇਕੀ ਦਾ ਅੰਦਾਜ਼, ਗਾਇਕੀ ਦਾ ਸਟਾਈਲ ਦੱਸ ਦਿੰਦਾ। ਲੋਕ ਮਿੰਟ 'ਚ ਕਹਿ ਦਿੰਦੇ ਆ ਵੀ ਹਾਂਜੀ ਇਹ ਪੂਰਨ ਸ਼ਾਹ ਕੋਟੀ ਦਾ ਚੇਲਾ ਜੀ, ਕਿਉਂ ਭਲਾ ਹੰਸਰਾਜ ਵਾਂਗ ਗਾਉਂਦਾ। ਅਤੇ ਉਹਨਾਂ ਨੂੰ ਤੁਸੀਂ ਪਰੇ ਨੂੰ ਕੰਨ ਕਰਕੇ ਸੁਣੋਗੇ ਅਤੇ ਭਾਵੇਂ ਸਾਬਰ ਕੋਟੀ ਗਾਉਂਦਾ ਹੋਵੇ ਅਤੇ ਭਾਵੇਂ ਹੰਸਰਾਜ ਹੰਸ ਗਾਉਂਦਾ ਹੋਵੇ, ਤੁਹਾਨੂੰ ਕੀ ਲੱਗੂਗਾ ਭਲਾ?
ਇਹ ਇੱਕੋ ਜਿਹਾ ਹੀ ਆ, ਤੇ ਬਰੀਕੀ ਦੇ ਨਾਲ ਜਿਹੜੇ ਜਾਣਦੇ ਉਹਨਾਂ ਨੂੰ ਪਤਾ ਲੱਗੂਗਾ ਨਹੀਂ ਕੋਈ ਹੋਰ ਆ। ਨਹੀਂ ਤਾਂ ਕੀ ਹੈ ਭਲਾ, ਅੰਦਾਜ਼ ਇੱਕੋ ਜਿਹਾ, ਯਾਨੀ ਕਿ ਇੰਨਾ ਇੱਕ ਦੂਜੇ ਦੇ ਵਿੱਚ ਮਿਕਸ ਹੋ ਜਾਂਦੇ। ਤੇ ਜੇ ਦੁਨਿਆਵੀ ਤੌਰ ਦੇ ਉੱਤੇ ਲੋਕ ਇੱਕ ਦੂਜੇ 'ਚ ਇੰਨਾ ਮਿਕਸ ਹੁੰਦੇ ਆ, ਤੇ ਫਿਰ ਆਤਮਿਕ ਤੌਰ ਦੇ ਵਿੱਚ ਤੇ ਇਸ ਤੋਂ ਜ਼ਿਆਦਾ ਕਿਤੇ ਵੱਧ ਹੋਣਾ ਚਾਹੀਦਾ। ਅੱਜ ਮੈਂ ਸੋਚਦਾ ਕਈ ਵਾਰੀ ਅਸੀਂ ਮਨ ਵਿਚਾਰ ਕੀਤਾ ਵੀ ਇਸ ਸਟੇਟ ਨੂੰ ਛੱਡ ਦਈਏ। ਕਈ ਵਾਰੀ ਮਨ 'ਚ ਆਇਆ ਵੀ ਦੂਜੀ ਸਟੇਟ 'ਚ ਚੱਲ ਜਾਂਦੇ ਹਾਂ, ਵੀ ਬੱਚਿਆਂ ਦਾ ਭਵਿੱਖ ਨਹੀਂ ਇੱਥੇ ਸਹੀ, ਹਾਲਾਤ ਨਹੀਂ ਠੀਕ, ਫਿਰ ਇੱਥੇ ਦੇ ਲੋਕਾਂ ਦਾ ਜਿਹੜਾ ਸਿਸਟਮ ਆ ਉਹ ਨਹੀਂ ਠੀਕ, ਤੇ ਬੱਚੇ ਵੀ ਉਹਨਾਂ ਵੱਲ ਦੇਖ ਕੇ ਉੱਦਾਂ ਦੇ ਹੀ ਫਿਰ ਉਹਨਾਂ ਦਾ ਦਿਮਾਗ ਹੋ ਜਾਊ। ਕਈ ਵਾਰੀ ਸੋਚਿਆ, ਤੇ ਲੇਕਿਨ ਇੱਕ ਚੀਜ਼ ਸਾਨੂੰ ਰੋਕ ਦਿੰਦੀ ਆ ਇਸ ਸਟੇਟ ਨੂੰ ਛੱਡਣ ਦੇ ਲਈ, ਉਹ ਕੀ ਆ, ਕਲੀਸਿਆ ਨੂੰ ਛੱਡ ਕੇ ਕਿੱਦਾਂ ਜਾਈਏ। ਕਿਹੜੀ ਚੀਜ਼ ਉਹਦੀ ਭਲਾ, ਸਾਨੂੰ ਆਪਣਾ ਫਾਇਦਾ ਵੀ ਦਿਸਦਾ ਵੀ ਉੱਥੇ ਜਾ ਕੇ ਸਾਨੂੰ ਫਾਇਦਾ ਵੀ ਹੋ ਜਾਣਾ, ਉੱਥੇ ਜਾ ਕੇ ਅਸੀਂ ਜਿਹੜਾ ਬਿਜ਼ਨਸ ਕਰਨਾ ਉਹਦੇ ਵਿੱਚ ਸਾਨੂੰ ਤਰੱਕੀਆਂ ਵੀ ਮਿਲ ਜਾਣੀਆਂ, ਲੇਕਿਨ ਕਿਹੜੀ ਚੀਜ਼ ਰੋਕ ਦਿੰਦੀ ਭਲਾ, ਕਲੀਸਿਆ ਰੋਕ ਦਿੰਦੀ ਆ। ਕਲੀਸਿਆ ਨੂੰ ਅੱਜ ਪਤਾ ਲੱਗਿਆ ਵੀ ਮੈਨੂੰ ਉੱਥੇ ਜਾ ਕੇ 50,000 ਰੁਪਈਆ ਮਿਲਣਾ, ਉਹਨੇ ਸਵੇਰੇ ਟਰੱਕ ਮੰਗਵਾਉਣਾ ਆ ਤੇ ਕੱਪੜਾ ਲੀੜਾ ਚੱਕਣਾ ਰੱਖਣਾ ਤੇ ਨਿਕਲ ਜਾਣਾ, ਕਹਿਣਾ ਚੰਗਾ ਪਾਸੀ ਜੈਮ ਸੀ ਕਿ ਸਾਡੇ ਦੁਆ ਕਰਦੇ ਰਹੀਓ। ਕਿਉਂ ਜੀ, ਮਿੰਟ ਨਹੀਂ ਲਾਉਣਾ। ਹਾਂਜੀ, ਮਿੰਟ ਨਹੀਂ ਲਾਉਣਾ, ਮਿੰਟ 'ਚ ਟਰੱਕ 'ਚ ਜਦੋਂ ਰੱਖਣਾ ਸਮਾਨ ਤੇ ਕਹਿਣਾ ਨਿਕਲੋ ਵੀ, ਕਿਉਂ ਭਲਾ, ਫਾਇਦਾ ਹੋ ਰਿਹਾ ਹਨ। ਲੇਕਿਨ ਜਿਹੜੇ ਇਹ ਦੇਖਦੇ ਆ ਵੀ ਨਹੀਂ ਵੀ ਇਹ ਸਾਡੇ ਵਾਸਤੇ ਇੰਨਾ ਕੁਛ ਕਰਦੇ ਆ, ਤੇ ਫਿਰ ਅਸੀਂ ਵੀ ਹੁਣ ਇਹਨਾਂ ਨੂੰ ਇੱਦਾਂ ਛੱਡ ਕੇ ਕਿੱਦਾਂ ਜਾਈਏ, ਹੈ ਨਾ। ਸੋ ਇੱਥੇ ਕਿਸੇ ਨੂੰ ਜਾਣ ਦਾ ਰੋਕਣ ਤੇ ਮੈਂ ਉਦਾਹਰਨ ਦੇ ਰਿਹਾ, ਇੱਕ ਮਿਸਾਲ ਪੇਸ਼ ਕਰ ਰਿਹਾ ਇੱਥੇ। ਇਹਨੂੰ ਵੀ ਜਿਹਨੇ ਜਾਣਾ ਜਾਵੇ, ਕੋਈ ਮਸਲਾ ਨਹੀਂ ਗਾ। ਮੈਂ ਇੱਕ ਗੱਲ ਨੂੰ ਸਮਝਾਉਣ ਦੇ ਲਈ ਗੱਲ ਕਰ ਰਿਹਾ ਵੀ ਇੱਕ ਅਸੀਂ ਜਿਹੜੇ ਮਤਲਬ ਆਪਣੇ ਸਾਰੇ ਫਾਇਦਿਆਂ ਨੂੰ ਤਿਆਗ ਦੇਈਦਾ, ਸਿਰਫ ਕਾਹਦੇ ਵਾਸਤੇ ਨਹੀਂ, ਖੁਦਾ ਨੇ ਇਹਨਾਂ ਲੋਕਾਂ ਦਾ ਜੁੰਮਾ ਦਿੱਤਾ ਹੈ ਤੇ ਇਹਨਾਂ ਨੂੰ ਛੱਡ ਕੇ ਜਾਣਾ ਸਾਡੇ ਲਈ ਠੀਕ। ਪਰ ਜਿਹਨਾਂ ਦਾ ਜੁੰਮਾ ਸਾਨੂੰ ਦਿੱਤਾ ਹੈ ਉਹਨਾਂ ਨੇ ਜਦੋਂ ਛੱਡਣਾ ਉਹਨਾਂ ਨੇ ਮਿੰਟ ਵੀ ਲਾਉਣਾ ਤੇ ਉਹਨਾਂ ਨੇ ਨਿਕਲ ਜਾਣਾ। ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ। ਇਹਦਾ ਮਤਲਬ ਸਿੱਧਾ ਕੀ ਹੈ ਵੀ ਸਿੱਖਿਆ ਸਾਡੇ ਅੰਦਰ ਘਰ ਨਹੀਂ ਕੀਤਾ। ਜਿਵੇਂ ਇੱਕ ਮਾਂ-ਬਾਪ ਬੱਚੇ ਨੂੰ ਸਮਝਾਉਂਦਾ ਹੈ ਜਿਸ ਰਾਹ ਤੇ ਚੱਲਣਾ, ਉਸੇ ਤਰ੍ਹਾਂ ਇੱਕ ਟੀਚਰ ਵੀ ਸਮਝਾਉਂਦਾ ਹੈ। ਇੱਕ ਟੀਚਰ ਵੀ ਦੂਜਾ ਮਾਂ ਪਿਓ ਹੁੰਦਾ। ਸੋ ਗੁਰੂ ਨੂੰ ਤੇ ਪੁਰਾਣੇ ਸਮਿਆਂ ਦੇ ਵਿੱਚ ਮਾਂ-ਬਾਪ ਨਾਲੋਂ ਵੀ ਜ਼ਿਆਦਾ ਇੱਜ਼ਤ ਦਿੱਤੀ ਜਾਂਦੀ ਸੀ। ਅਜੇ ਕਿਤੇ ਮਾਂ-ਬਾਪ ਦੀ ਗੱਲ ਬੇਸ਼ੱਕ ਬੱਚਾ ਟਾਲ ਜਾਵੇ, ਪਰ ਗੁਰੂ ਦੀ ਗੱਲ ਟਾਲਦਾ, ਗੁਰੂ ਦੀ ਗੱਲ ਟਾਲੀ ਜਾ ਹੀ ਨਹੀਂ ਸੀ ਸਕਦੀ। ਮੈਂ ਕਈ ਕਲਾਕਾਰਾਂ ਨੂੰ ਦੇਖਿਆ ਜਦੋਂ ਅਸੀਂ ਜਾਂਦੇ ਹੁੰਦੇ ਸੀਗੇ, ਤੇ ਉਹ ਵਿਚਾਰੇ ਕਈ ਭੈਣਾਂ ਭਰਾ ਜਿਹੜੇ ਨਾ, ਉਹ ਤੇ ਕਈ ਸਾਲ ਉੱਥੇ ਜਾ ਕੇ ਇੱਦਾਂ ਬੈਠੇ ਹੀ ਰਹਿੰਦੇ ਆ। ਉਹਨਾਂ ਨੂੰ ਨਾ ਉਸਤਾਦ ਗਾਉਣ ਦਿੰਦਾ, ਨਾ ਕਿਸੇ ਬੋਲਣ ਦਿੰਦਾ, ਤੇ ਨਾ ਉਹ ਕੋਈ ਸਵਾਲ ਹੀ ਕਰ ਸਕਦੇ। ਉਹ ਵਿਚਾਰੇ ਬਸ ਉਹਨਾਂ ਦੀਆਂ ਉਹ ਸੁਰ ਸਰਗਮ ਹੀ ਦੇਖਦੇ ਰਹਿੰਦੇ ਵੀ ਕਿੱਦਾਂ ਲਾਉਂਦੇ ਆ। ਇੰਨੀ ਤਪੱਸਿਆ ਲੋਕੀ ਦੁਨਿਆਵੀ ਤੌਰ ਦੇ ਉੱਤੇ ਕਰਦੇ ਆ। ਅਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ ਹੋਇਆ ਇਹਨਾਂ ਚੀਜ਼ਾਂ ਨੂੰ। ਤੇ ਫਿਰ ਜਦੋਂ ਦੁਨਿਆਵੀ ਜੀਵਨ ਇੱਦਾਂ ਦਾ ਹੈ, ਤੇ ਫਿਰ ਆਤਮਿਕ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ। ਪੁਰਾਣੇ ਸਮਿਆਂ ਵਿੱਚ ਅਸੀਂ ਦੇਖਿਆ ਜਦੋਂ ਸਾਡੇ ਪਾਪਾ ਜੀ ਹੁਣੀ ਕੰਮ ਸਿਖਾਉਂਦੇ ਹੁੰਦੇ ਸੀ ਨਾ, ਤੇ ਜਿਹੜੀਆਂ ਜੁੱਤੀਆਂ ਪੈਂਦੀਆਂ ਅਸੀਂ ਸ਼ਾਗਿਰਦਾਂ ਨੂੰ ਦੇਖੀਆਂ। ਅੱਜ ਤੇ ਮੇਰਾ ਖਿਆਲ ਹੈ ਵੀ ਤੁਸੀਂ ਇੱਕ ਕਿਤੇ ਉਹਨੂੰ ਡਾਂਟ ਦਿਓ ਤੇ ਉਹਨੇ ਤੁਹਾਡੇ ਅੱਗੇ ਆਪ ਜੁੱਤੀ ਚੱਕ ਲੈਣੀ ਹੈ। ਹਾਂਜੀ, ਅਸੀਂ ਮਤਲਬ ਕਹਿੰਦਾ ਭਾਵੇਂ ਪਾਪਾ ਜੀ ਨੂੰ ਚੇਲਿਆਂ ਨੂੰ ਕੁੱਟਦਿਆਂ ਦੇਖਿਆ, ਮਤਲਬ, ਤੇ ਉਹਨਾਂ ਨੇ ਮਾਰਨੀ ਫੱਟੀ ਹੁੰਦੀ ਸੀ ਜਿਹੜੀ ਪਰਸਾ ਕਰਨ ਵਾਲੀ, 68 ਲੱਖ ਦੇ ਵਿੱਚ ਉਹਨਾਂ 2 ਵਾਰੀ ਦਾ ਵਿਚਾਰਿਆਂ ਕਰ ਕੇ ਨਾ, ਤੇ ਫਿਰ ਬਾਅਦ 'ਚ ਸ਼ਰਮਿੰਦੇ ਜਿਹੇ ਮਾਰੇ ਨਾ ਫੇਰ ਲੱਗ ਪੈਣਾ। ਕਿਉਂ ਭਲਾ, ਉਹਨਾਂ ਪਤਾ ਹੁੰਦਾ ਸੀਗਾ ਉਸਤਾਦ ਦੇ ਕੋਲ ਗੁਣ ਆ ਤੇ ਅਸੀਂ ਕੀ ਕਰਨਾ ਭਲਾ, ਉਹਦੇ ਲਈ ਮਾਰ ਸਹਿਣ ਦੇ ਲਈ ਵੀ ਤਿਆਰ ਆ। ਤੇ ਜਿਹੜੇ ਮਾਰ ਸਹਿ ਜਾਂਦੇ ਸੀ ਫਿਰ ਉਹਨਾਂ ਦਾ ਨਾਂ ਹੁੰਦਾ ਸੀ, ਕੀ ਹੁੰਦਾ ਸੀ ਭਲਾ, ਨਾਂ ਹੁੰਦਾ ਸੀ। ਤੇ ਚੇਲਾ ਉਹ ਹੁੰਦਾ ਜਿਹੜਾ ਉਸਤਾਦ ਨੂੰ ਕੀ ਕਰੇ ਭਲਾ, ਫਾਲੋ ਕਰੇ ਨਕੋਦਰ ਜਾਣ ਦਾ ਮੌਕਾ ਮਿਲੇ ਤੇ ਜਾਈਓ। ਉੱਥੇ ਸ਼ਹਿਰ ਦੇ ਵਿੱਚ ਵੜਦਿਆਂ ਸਾਰੀ ਨਾ ਉਸਤਾਦ ਸ਼ਾਗਿਰਦ ਨੇ 2 ਮਕਬਰੇ ਬਣਾਏ ਹੋਏ ਆ। ਇੱਕ ਪਾਸੇ ਉਸਤਾਦ ਲੱਗਾ ਸੀ ਤੇ ਇੱਕ ਪਾਸੇ ਸ਼ਾਗਿਰਦ ਲੱਗਾ। ਅੱਜ ਵੀ ਉਹ ਮੌਜੂਦ ਆ। ਕਹਿੰਦੇ ਤੋਂ ਕਹਿੰਦਾ ਜਿਹੜਾ ਇੰਜੀਨੀਅਰ ਆ ਨਾ, ਉਹ ਵੀ ਜਾ ਕੇ ਉਹਦੇ ਫਰਕ ਨੂੰ ਨਹੀਂ ਦੱਸ ਸਕਦਾ ਵੀ ਇੱਥੇ ਉਸਤਾਦ ਦਾ ਹੱਥ ਲੱਗਾ ਤੇ ਇੱਥੇ ਚੇਲੇ ਦਾ ਲੱਗਾ। ਇੱਦਾਂ ਲੱਗੂਗਾ ਜਿੱਦਾਂ ਇੱਕ ਫਰਮੇ ਦੇ ਵਿੱਚ ਚੀਜ਼ ਬਣਾ ਕੇ ਨਾ ਤੇ ਤਿਆਰ ਕਰਕੇ ਤੇ ਖੜੀ ਕਰ ਦਿੱਤੀ ਹੋਈ ਹੈ। ਮਿਸਾਲ ਆ ਉਸਤਾਦ ਸ਼ਾਗਿਰਦ ਦੀ ਨਕੋਦਰ ਦੇ ਵਿੱਚ, ਤੁਸੀਂ ਦੇਖਿਓ ਨਹੀਂ ਸ਼ਾਇਦ, ਪਰ ਤੁਹਾਡੇ ਕੋਲ ਟਾਈਮ ਹੀ ਨਹੀਂ ਸੀ। ਸੋ ਦੇਖ ਲਓ, ਇਹਨਾਂ ਦੇ ਇਲਾਕੇ 'ਚ ਇਹਨਾਂ ਕੋਲ ਟਾਈਮ ਨਹੀਂ ਸੀ। ਅਸੀਂ ਜਦੋਂ ਪਤਾ ਲੱਗਾ ਤਾਂ ਅਸੀਂ ਸਪੈਸ਼ਲ ਉਹਨੂੰ ਦੇਖਣ ਗਏ ਸੀ ਨਕੋਦਰ। ਸਵਾਲ ਹੈ ਕਿ ਬੱਚੇ ਨੂੰ ਉਸੇ
ਗੱਲ ਦੀ ਸਿੱਖਿਆ ਦੇ ਜਿਹਦੇ ਉੱਤੇ ਉਹਨੇ ਕੀ ਕਰਨਾ ਭਲਾ ਚੱਲਣਾ ਹੈ। ਤੇ ਬੱਚੇ ਨੂੰ ਕਦੇ ਉਹ ਵੀ ਨਾ ਕੰਮ ਕਰੋ ਜੇ ਤੇ ਪਤਾ ਹੋਵੇ ਵੀ ਇਹਦੀ ਉਹਦੇ 'ਚ ਰੁਚੀ ਨਹੀਂ ਗੀ। ਇੱਕ ਨੇਕ ਮਾਂ ਬਾਪ ਦਾ ਸਭ ਤੋਂ ਜਿਹੜੀ ਪਰਖਣ ਦੀ ਨੀਅਤ ਆ ਉਹ ਇਹ ਆ ਬੱਚੇ ਦੇ ਵਿੱਚ ਕੀ ਕਰਨ ਦਾ ਗੁਣ ਰੱਬ ਨੇ ਰੱਖਿਆ। ਮੇਰੇ ਘਰਦਿਆਂ ਨੇ ਮੈਨੂੰ ਮਿਸਤਰੀ ਬਣਾਉਣ ਦੀ ਕੋਸ਼ਿਸ਼ ਕੀਤੀ, ਮੈਂ ਅੱਜ ਤੱਕ ਨਹੀਂ ਬਣਿਆ। ਐਸੀ ਵੀ ਨਹੀਂ ਗੱਲ ਜਿਹੜੇ ਮਰਜ਼ੀ ਮਿਸਤਰੀਆਂ ਲੱਗ ਜਾਵਾਂ ਘੱਟ ਵੀ ਨਹੀਂ, ਕਦੀ ਮੈਂ ਫੇਲ ਨਹੀਂ ਹੁੰਦਾ ਕਿਤੇ ਕੰਮ ਦੇ ਤੋਂ, ਕੰਮ ਦੀ ਕਾਰਾਗਰੀ ਤੋਂ ਕਰ ਤੋਂ। ਉੱਦਾਂ ਕੋਈ ਮੈਨੂੰ ਕਹਿੰਦਾ ਤੂੰ ਸਲੋ ਆ ਜਾਂ ਘੱਟ ਹੌਲੀ ਕਰਦਾ, ਉਹ ਵੱਖਰੀ ਗੱਲ ਹੈ। ਲੇਕਿਨ ਇਹ ਨਹੀਂ ਕਹਿਦਾ ਤੇਰਾ ਕੰਮ ਗਲਤ ਹੈ। ਲੇਕਿਨ ਮੈਂ ਕਦੀ ਮਨ 'ਚ ਧਾਰਿਆ ਹੀ ਨਹੀਂ ਸੀ ਮੈਂ ਇਸ ਕੰਮ ਨੂੰ ਕਰਨਾ ਹੈ, ਅਤੇ ਉਹ ਮੈਂ ਨਹੀਂ ਕਰ ਸਕਿਆ। ਹੁਣ ਮੇਰੇ ਘਰ ਦੇ ਮੇਰੇ 'ਤੇ ਜਿੰਨਾ ਮਰਜ਼ੀ ਜ਼ੋਰ ਲਾਈ ਜਾਂਦੇ, ਕਿਉਂਕਿ ਜਦੋਂ ਮੇਰੀ ਨੀਅਤ ਹੀ ਨਹੀਂ ਗਈ ਉਸ ਕੰਮ ਨੂੰ ਕਰਨ ਦੀ, ਅਤੇ ਮੈਂ ਉਹਨੂੰ ਕੰਮ ਨੂੰ ਕਰੂੰਗਾ। ਕੰਮ ਨੂੰ ਧਰਮਿੰਦਰ ਦੇ ਪਿਓ ਨੇ ਬੜਾ ਸਮਝਾਇਆ ਸੀ, ਕਹਿੰਦਾ ਨਹੀਂ ਪੁੱਤ ਹੀਰੋ ਬਣਨ ਦਾ ਤੇਰਾ, ਤੂੰ ਕਿਤੇ ਸੁਪਨੇ 'ਚ ਸੋਚ ਸਕਦਾ ਹੀਰੋ ਬਣਨਾ, ਵੀ ਤੇਰਾ ਕੰਮ ਥੋੜ੍ਹੀ, ਤੂੰ ਤਾਂ ਭਲਵਾਨੀ ਭਲੂਨੀ ਕਰ, ਤੇਰਾ ਤਾਂ ਇੰਨਾ ਕੀ ਕੰਮ ਆ। ਅਤੇ ਉਹਦੇ ਦਿਮਾਗ ਦੇ ਅੰਦਰ ਭਲਾ ਕੀ ਸੀ, ਕੀੜਾ ਸੀ, ਨਹੀਂ ਮੈਂ ਇੱਕ ਵਾਰੀ ਜਾਣਾ ਹੀ ਜਾਣਾ ਹੈ। ਜੇ ਉਹਦੇ ਦਿਮਾਗ ਕੀੜਾ ਸੀਗਾ ਅਤੇ ਅਗਲੇ ਨੇ ਜਾ ਕੇ ਵੀ ਉੱਥੇ ਨਾਮ ਬਣਾਇਆ। ਅਗਰ ਇੰਡਸਟਰੀ ਦੇ ਵਿੱਚ ਕੋਈ ਹੀਰੋ ਆ ਨਾ ਜਿਹਦੀਆਂ ਸਭ ਤੋਂ ਵੱਧ ਗੋਲਡਨ, ਡਾਇਮੰਡ, ਸਿਲਵਰ ਜੁਬਲੀ ਫਿਲਮਾਂ ਹੋਈਆਂ, ਅੱਜ ਤੱਕ ਸ਼ਾਹਰੁਖ ਖਾਨ ਹੋਣੀ ਵੀ ਉਸ ਬੰਦੇ ਦਾ ਰਿਕਾਰਡ ਤੋੜ ਸਕੇ। ਸਭ ਤੋਂ ਟੌਪ ਦੀਆਂ ਲੰਬੀਆਂ ਚੱਲਣ ਵਾਲੀਆਂ ਫਿਲਮਾਂ ਦੇ ਵਿੱਚ ਅੱਜ ਵੀ ਧਰਮਿੰਦਰ ਦਾ ਜਿਹੜਾ ਨਾਮ ਟੌਪ ਦੇ ਉੱਤੇ ਚੱਲਿਆ ਜਾਂਦਾ। ਬੇਸ਼ੱਕ ਉਹਨੂੰ ਪੱਖਪਾਤ ਦਾ ਕਰਕੇ ਉਹਨੇ ਕਦੀ ਕੋਈ ਇਨਾਮ ਨੂੰ ਨਹੀਂ ਸੀ ਦਿੱਤਾ, ਉਹ ਅਮਿਤਾਭ ਬੱਚਨ ਨੂੰ ਨਹੀਂ ਲੈ ਜਾਂਦੇ ਹੁੰਦੇ ਸੀ, ਲੇਕਿਨ ਉਸ ਬੰਦੇ ਦੇ ਅੰਦਰ ਜੋ ਸੀ ਉਹ ਉਸੇ ਚੀਜ਼ 'ਚ ਕਾਮਯਾਬ ਹੋਇਆ। ਸੋ ਮਾਂ ਬਾਪ ਦਾ ਕੀ ਫਰਜ਼ ਬਣਦਾ, ਬੱਚੇ ਦੀ ਚਾਹਤ ਨੂੰ ਦੇਖੋ ਵੀ ਉਹ ਕਿਸ ਚੀਜ਼ ਦੇ ਵਿੱਚ ਉਹਦੀ ਲਗਨ ਆ, ਕਿਉਂਕਿ ਜਿਹਦੇ ਵਿੱਚ ਉਹਦੀ ਲਗਨ ਆ ਉਹ ਉਸੇ ਕੰਮ ਦੇ ਵਿੱਚ ਸਫਲ ਹੋ ਸਕਦਾ, ਅਤੇ ਉਹਨੂੰ ਫਿਰ ਉਹ ਕੁਛ ਕਰਨ ਦੇਣਾ ਚਾਹੀਦਾ। ਉਹਦੇ ਵਿੱਚ ਦਖਲਅੰਦਾਜ਼ੀ ਫਿਰ ਨਹੀਂ ਕਰਨੀ। ਉਹ ਕਹਿੰਦਾ ਮੈਂ ਡਾਕਟਰ ਬਣਨਾ, ਤੁਸੀਂ ਕਹਿੰਦੇ ਤੈਨੂੰ ਇੰਜੀਨੀਅਰ ਬਣਾਉਣਾ। ਉਹ ਕਦੇ ਵੀ ਕਾਮਲ ਇੰਜੀਨੀਅਰ ਨਹੀਂ ਬਣ ਸਕੂਗਾ, ਕਿਉਂਕਿ ਉਹਦੇ ਦਿਮਾਗ ਦੇ ਅੰਦਰ ਕੀ ਕੀੜਾ ਭਲਾ, ਮੈਂ ਬਣਨਾ ਡਾਕਟਰ। ਸੋ ਜੋ ਉਹਦੇ ਅੰਦਰ ਆ ਉਹਨੂੰ ਹੋਰ ਜ਼ਿਆਦਾ ਉੱਪਰ ਲਿਜਾਣ ਦੀ ਸਾਨੂੰ ਕੀ ਕਰਨੀ ਚਾਹੀਦੀ ਭਲਾ, ਕੁਛ ਉਸੇ ਤਰ੍ਹਾਂ ਇੱਕ ਉਸਤਾਦ ਦਾ ਚੇਲਾ ਕਿਹੜੇ ਰਾਹ ਨੂੰ ਜਾਣਾ ਚਾਹੁੰਦਾ, ਉਹ ਰਾਹ ਆਤਮਿਕ ਹੋਣਾ ਚਾਹੀਦਾ, ਪਰ ਉਹ 'ਚ ਕਿਸ ਚੀਜ਼ 'ਚ ਤਰੱਕੀ ਕਰਨਾ ਚਾਹੁੰਦਾ, ਇਹਦਾ ਦੁਆ ਵੱਲ ਨੂੰ ਜ਼ਿਆਦਾ ਧਿਆਨ ਹੈ। ਅਤੇ ਉਹਨੂੰ ਕੀ ਉਤਸ਼ਾਹਿਤ ਕਰੋ ਭਲਾ, ਤੂੰ ਦੁਆ ਦੇ ਵਿੱਚ ਲੱਗਾ ਰਿਹਾ ਹੈ ਨਾ। ਕਿਸੇ ਦਾ ਵਚਨ ਪੜ੍ਹਨ ਦਾ ਦਿਮਾਗ ਹੈਗਾ, ਕਿਸੇ ਦੇ ਰੋਜ਼ੇ ਰੱਖਣ ਦਾ ਦਿਮਾਗ ਆ, ਉਹਨੂੰ ਕਿਸ ਪਾਸੇ ਉਤਸ਼ਾਹਿਤ ਕਰੋ, ਤੂੰ ਇਹਦੇ ਵਿੱਚ ਲੱਗਿਆ ਰਹਿ, ਤਾਂ ਕਿ ਉਹ ਜਿਹੜਾ ਉਹਦੇ ਅੰਦਰ ਕੀੜਾ ਹੈਗਾ ਉਸੇ ਚੀਜ਼ 'ਚ ਕਾਮਯਾਬ ਹੋ ਸਕਦਾ। ਸਾਡਾ ਚੇਲਾ ਲਾਲਾ ਜੀ ਦਾ ਬ੍ਰਦਰ ਇਨ ਲਾ ਪਾਸਟਰ ਪਿਆਰਾ ਮਸੀਹ, ਅਤੇ ਉਹਨੂੰ ਦੁਆ ਕਰਨ ਦਾ ਹੀ ਉਹਦੇ ਅੰਦਰ ਸੀਗਾ ਸਿਸਟਮ, ਅਤੇ ਅਸੀਂ ਫਿਰ ਸਾਰਿਆਂ ਨੇ ਉਹਨੂੰ ਦੁਆ ਦੇ ਲਈ ਅਲੱਗ ਕਰ ਦਿੱਤਾ ਸੀ। ਔਰ ਦੁਆ ਦੇ ਸਦਕਾ ਹੀ ਉਹਨੇ ਪਾਸਟਰ ਹੈਰੀ ਦੇ ਬਰਾਬਰ ਦਾ ਚਰਚ ਬਣਾਇਆ, ਉਸ ਬਰਾਬਰ ਦੀ ਕਲੀਸਿਆ, ਅਲੱਗ ਸੇਵਾ ਕਰ ਰਿਹਾ ਆ। ਮਤਲਬ ਕਹਿੰਦਾ ਇੱਜ਼ਤ ਦੇ ਨਾਲ ਹੀ ਗਿਆ ਹੈ, ਬੇਇੱਜ਼ਤ ਹੋ ਕੇ ਨਹੀਂ। ਸੋ ਕਹਿਣ ਤੋਂ ਮੁਰਾਦ ਕੀ ਹੈ ਵੀ ਉਹਦੇ ਅੰਦਰ ਉਹੋ ਹੀ ਲਾਲਸਾ ਸੀਗੀ, ਉਹੋ ਹੀ ਉਹਦੇ ਅੰਦਰ ਚਾਹਤ ਸੀਗੀ, ਉਹੋ ਹੀ ਉਹਦੇ ਅੰਦਰ ਦਿਮਾਗ ਦੇ ਵਿੱਚ ਸੀਗਾ, ਅਤੇ ਉਹ ਜਿਹੜੀ ਚੀਜ਼ ਸੀਗਾ ਉਹਦੇ ਵਿੱਚ ਫਿਰ ਕੀ ਹੋਇਆ ਭਲਾ, ਕਾਮਯਾਬ ਹੋ ਗਿਆ। ਇਹ ਬੜੇ ਬੜੇ ਮੌਜੂਜੇ ਕੀਤੇ ਉਹਦੇ ਦੁਆਰਾ। ਇੱਕ ਵਾਰੀ 2 ਕੁੜੀਆਂ ਘਰੋਂ ਗੁੰਮ ਹੋ ਗਈਆਂ ਸੀਗੀਆਂ, ਅਤੇ ਉਹ ਸਾਰੀ ਪੁਲਿਸ ਵੀ ਵਿਚਾਰੀ ਛਾਣਬੀਣ ਕਰਦੀ, ਸਭ ਕੁਛ ਸੀਗਾ, ਅਤੇ ਉਹ ਫਿਰ ਉੱਥੇ ਆਏ ਸੀ ਦਿਆਲਪੁਰ ਚਰਚ ਦੇ ਵਿੱਚ, ਅਤੇ ਇਹ ਉਦੋਂ ਦੁਆ 'ਚ ਬੈਠੇ ਸੀਗੇ, ਅਤੇ ਦੁਆ ਦੇ ਵਿੱਚ ਹੀ ਬੈਠੇ ਬੈਠੇ ਕਰਦੇ ਕਰਦੇ ਖੜ੍ਹੇ ਹੋ ਗਏ ਨਾ, ਇੱਦਾਂ ਦਾ ਆਪਣੇ ਇਹ ਘੁੰਮਣਾ ਸ਼ੁਰੂ ਹੋ ਗਏ। ਇੱਦਾਂ ਘੁੰਮਦੇ ਜਦੋਂ ਆਖਰੀ ਘੁੰਮੇ ਨਾ, ਅਤੇ ਕਹਿੰਦੇ ਕੁੜੀ ਤੁਹਾਡੀਆਂ ਪਹੁੰਚ ਗਈਆਂ ਜੀ, ਘਰ ਆ ਗਈਆਂ। ਨਾਲ ਹੀ ਟੈਲੀਫੋਨ 'ਤੇ ਫੋਨ ਖੜ ਗਿਆ, ਕਹਿੰਦੇ ਕੁੜੀਆਂ ਆ ਗਈਆਂ ਘਰ। ਜਿਹੜੀ ਚੀਜ਼ ਦੇ ਵਿੱਚ ਉਹਦੇ ਅੰਦਰ ਜਿਹੜੀ ਚੀਜ਼ ਹੈ ਨਾ, ਉਹਨੂੰ ਤੁਸੀਂ ਹੋਰ ਕੀ ਕਰੋ ਭਲਾ, ਉਤਸ਼ਾਹਿਤ ਕਰੋ। ਭਾਈ ਬਲੂ ਜੀ ਤੁਹਾਨੂੰ ਤਾਂ ਸਹੁਰੇ ਨਹੀਂ ਲਾਉਣਾ ਆਉਂਦਾ, ਜਾ ਕੇ ਪਹਿਲਾਂ ਸੇਕਿਆ ਫਿਰ ਆ ਕੇ ਗਾਇਆ ਕਰੋ। ਹਾਂਜੀ, ਫਿਰ ਲਾਊਗਾ ਨਾ ਅਗਲੇ ਐਤਵਾਰ ਸੁਰ। ਉਹ ਜਿਹੜਾ ਵਿਚਾਰੇ ਦਾ ਸਹੀ ਲੱਗਦਾ ਸੀ ਉਹ ਵੀ ਨਹੀਂ ਲੱਗਣਾ ਬਾਅਦ ਅਗਲੀ ਵਾਰ, ਹੈ ਨਾ। ਉਹ ਵੀ ਨਹੀਂ ਲੱਗਣਾ ਭਾਈ ਦੇ ਕੋਲ। ਤਾਂ ਹੀ ਲੋਕੀ ਵਿਚਾਰੇ ਕੰਮ ਕਰਦੇ ਨਹੀਂ ਸਿੱਖਦੇ। ਉਹ ਕਹਿੰਦੇ ਇਹਨੇ ਤਾਂ ਕਦੀ ਕਹਿਣਾ ਹੀ ਨਹੀਂ ਵੀ ਤੁਸੀਂ ਠੀਕ ਆ। ਉਹ ਬਾਅਦ ਉਹਨੇ ਦਬਕਾ ਮਾਰਨਾ, ਵਿਚਾਰੇ ਦਾ ਲੈਵਲ ਸਹੀ ਵੀ ਜਾਂਦਾ ਹੋਵੇ ਨਾ, ਬਾਕੀ ਸਾਰੀਆਂ ਉਹ ਜਿਹੜੇ ਬਾਅਦ ਜਦੋਂ ਉਦੋਂ ਦਬਕਾ ਪੈਣਾ, ਉਹ ਸਾਰਾ ਬਾਅਦ 'ਚ ਉਹਨੇ ਮਾਰ ਮੂਰ ਕੇ ਸੱਟਾ ਨਾ, ਉਹਨੇ ਕਹਿਣਾ ਗਲਤੀ ਹੋਣਾ, ਉਹਨੇ ਕਹਿਣਾ ਆਪਣਾ ਕੋਣਾ ਦੇਖ,
तो उन्हें सही ਨੂੰ ਵੀ ਸਟਾਉਟਾ ਮਾਰ ਕੇ ਉਹਦਾ ਸਹੀ ਲੱਗਾ ਹੋਣਾ, ਉਹਨੂੰ ਵੀ ਬਾਅਦ 'ਚ ਉਹਨੇ ਗਲਤ ਕਰ ਦੇਣਾ। ਡਰਦੇ ਨੇ ਵੀ ਯਾਰ ਪੰਗਾ ਪੈ ਗਿਆ, ਇਹਦੀ ਅੱਖ ਜਿਹੜੀ ਨਾ ਕਹਿੰਦੀ ਹੋਣੀ ਪੰਗਾ ਹੋਣਾ ਹੈ ਜ਼ਰੂਰ। ਉਹ ਕਹਿ ਉਹਨੂੰ ਉੱਦਾਂ ਦੇਣਾ, ਤੇਰਾ ਕੋਣਾ ਦੇਖ ਤੇ ਉਹਨੇ ਵਿਚਾਰੇ ਨੇ ਪਰੇਸ਼ਾਨ ਹੋ ਜਾਣਾ। ਜਦ ਕਿ ਉਤਸ਼ਾਹਿਤ ਕਰਨ ਦਾ ਮਤਲਬ ਦਾ ਬਹੁਤ ਵਧੀਆ ਲਾਉਂਦਾ ਵੀ, ਹੈ ਨਾ, ਬਹੁਤ ਵਧੀਆ ਲਾਉਂਦੇ ਹੋ। ਉਤਸ਼ਾਹਿਤ ਕਰਨਾ, ਉਸ ਤਰ੍ਹਾਂ ਬੱਚੇ ਨੂੰ ਜਿਸ ਰਾਹ 'ਤੇ ਅਸੀਂ ਚਲਾਉਣਾ ਚਾਹੁੰਦੇ ਨਾ, ਉਹਦੇ ਵਿੱਚ ਉਹਨੂੰ ਉਤਸ਼ਾਹਿਤ ਕਰੋ, ਉਹਦੇ ਹੌਸਲੇ ਨੂੰ ਕਦੇ ਪਸਤ ਕਰਨ ਦੀ ਕੋਸ਼ਿਸ਼। ਸਾਡੇ ਆਏ ਨਾ ਮਨੀ ਸਾਹਿਬ, ਅਤੇ ਉਹ 2-3 ਜਗ੍ਹਾ 'ਤੇ ਕੰਮ 'ਤੇ ਗਏ, ਵੱਖਰੀ ਵੱਖਰੀ ਜਗ੍ਹਾ 'ਤੇ। ਮੈਂ ਉਹਨੂੰ ਕਿਹਾ ਵੀ ਤੁਸੀਂ ਆਪਣੇ ਮਨ ਪਹਿਲਾਂ ਬਣਾਓ, ਤੁਸੀਂ ਕੀ ਕਰਨਾ, ਸਾਡੇ ਕਹਿ 'ਤੇ ਨਹੀਂ ਜਾਣਾ ਤੁਸੀਂ ਕਿਤੇ ਕੰਮ ਦੇ ਉੱਤੇ। ਅਸੀਂ ਤੁਹਾਨੂੰ ਕਿ ਮਿਸ ਕੰਮ 'ਤੇ ਜਾਓ, ਤੁਹਾਡਾ ਮਨ ਹੀ ਨਾ ਹੋਵੇ। ਅਸੀਂ ਕਹੀਏ ਤੁਸੀਂ ਗੈਸ ਸਟੇਸ਼ਨ 'ਤੇ ਲਾਓ, ਤੁਹਾਡਾ ਮਨ ਹੀ ਨਾ ਹੋਵੇ। ਅਸੀਂ ਕਹੀਏ ਤੁਸੀਂ ਸੈੱਲ ਫੋਨ ਦੀ ਦੁਕਾਨ 'ਤੇ ਲਾਓ, ਤੁਹਾਡਾ ਮਨ ਹੀ ਨਾ ਹੋਵੇ। ਅਸੀਂ ਕਿ ਤੁਸੀਂ ਰੈਸਟੋਰੈਂਟ ਦਾ ਕੰਮ ਕਰ ਲਓ, ਤੁਹਾਡਾ ਮਨ ਹੀ ਨਾ ਹੋਵੇ। ਤੁਸੀਂ ਦੇਖੋ ਤੁਹਾਨੂੰ ਕਿੱਥੇ ਫਿੱਟ ਬਹਿੰਦਾ, ਉੱਥੇ ਹੀ ਤੁਸੀਂ ਕਾਮਯਾਬ ਹੋਣਾ। ਸੋ ਵਚਨ ਜਦੋਂ ਅਸੀਂ ਸਿੱਖਦੇ ਹਾਂ ਨਾ, ਤਾਂ ਅਸੀਂ ਇਹ ਇਕੱਲੀ ਬਰੀਕੀ ਛੋਟੀਆਂ ਛੋਟੀਆਂ ਚੀਜ਼ਾਂ ਤੋਂ, ਜਿਵੇਂ ਪਾਸਟਰ ਫਿਨੀ ਹੋਣਾ ਸਿਖਾਇਆ ਸੀਗਾ, ਆ ਵਚਨ ਨੂੰ ਪ੍ਰਚਾਰ ਕਰ ਲੈਣਾ, ਵਚਨ ਨੂੰ ਸੁਣ ਲੈਣਾ, ਪ੍ਰਾਰਥਨਾਵਾਂ ਕਰ ਲੈਣੀਆਂ, ਢੋਲਕੀ ਕੁੱਟ ਲੈਣੀ, ਗਾਣੇ ਗਾ ਲੈਣਾ। ਇਹ ਭਗਤੀ ਨਹੀਂ ਗੀ। ਭਗਤੀ ਤੇ ਪਰਮੇਸ਼ਵਰ ਤੁਹਾਡੀ ਹਰ ਚੀਜ਼ ਦੇ ਵਿੱਚ ਦੇਖਦਾ ਵੀ ਤੁਸੀਂ, ਜਿੱਦਾਂ ਉਹਨਾਂ ਨੇ ਦੱਸਿਆ ਨਾ ਵੀ ਗੱਡੀ ਤੁਹਾਡੀ ਜਿਹੜੀ ਨਾ ਤੁਹਾਡੇ ਕੋਲ ਆ ਨਾ, ਇਹ ਹਰ ਦਮ ਪਲ ਐਸੀ ਹੋਣੀ ਚਾਹੀਦੀ ਵੀ ਇਹਦੇ ਧੂੜ ਦਾ ਇੱਕ ਕਣ ਵੀ ਨਜ਼ਰ ਨਾ ਆਵੇ। ਇਹ ਵੀ ਤੁਹਾਡੀ ਭਗਤੀ ਆ ਵੀ ਤੁਸੀਂ ਖੁਦਾ ਦੀ ਦਿੱਤੀ ਹੋਈ ਚੀਜ਼ ਦੀ ਕੀ ਕਰਦੇ ਭਲਾ। ਭਗਤੀ ਇਹ ਵੀ ਆ, ਤੁਹਾਡਾ ਰਹਿਣ ਸਹਿਣ ਕਿੱਦਾਂ ਦਾ ਆ। ਸਿਰਫ ਪੁਲਪਟ 'ਤੇ ਆ ਕੇ ਤੇ ਤੁਸੀਂ ਚਿੱਟੇ ਕੱਪੜੇ ਪਾ ਕੇ ਤੇ ਚਿੱਟੀ ਟੋਪੀ ਲੈ ਕੇ ਤੇ ਬਹਿ ਜਾਓ ਤੇ ਕੋਈ ਕਹੋ ਮੈਂ ਬੜਾ ਧਰਮੀ ਆ। ਲੋਕਾਂ ਨੇ ਉਹ ਨਹੀਂ ਦੇਖਣਾ। ਬਾਅਦ 'ਚ ਜਦੋਂ ਚਿੱਟੇ ਕੱਪੜਿਆਂ ਨੂੰ ਲਾਉਣਾ ਨਾ ਤੁਸੀਂ, ਦੂਜੇ ਰੰਗਦਾਰ ਪਾਉਣੇ, ਫਿਰ ਲੋਕਾਂ ਨੇ ਉਦੋਂ ਦੇਖਣਾ। ਸੋ ਬੱਚੇ ਨੂੰ ਕਿਹੜੀ ਸਿੱਖਿਆ ਦੇ ਜਿਹੜੇ ਉੱਤੇ ਚੱਲਣਾ। ਸਿੱਖਿਆ ਦਾ ਮਤਲਬ ਬੱਚਿਆਂ ਨਾਲ ਗੱਲਾਂ ਬਾਤਾਂ ਕਰਨਾ ਨਹੀਂ ਹੈ, ਚੰਗੀਆਂ ਚੰਗੀਆਂ ਗੱਲਾਂ ਕਰੀਏ, ਬਲਕਿ ਜਿਸ ਗੱਲ ਦੀ ਸਿੱਖਿਆ ਅਸੀਂ ਬੱਚੇ ਨੂੰ ਦੇ ਰਹੇ ਹਾਂ, ਕੀ ਅਸੀਂ ਆਪ ਉਹਦੇ ਵਿੱਚ ਚੱਲਦੇ ਹਾਂ। ਅਸਰ ਕਦੋਂ ਹੋਣਾ ਪਹਿਲਾਂ, ਜਦੋਂ ਅਸੀਂ ਆਪ, ਤੇ ਜੇ ਅਸੀਂ ਆਪ ਨਾਲ ਚੱਲਦੇ ਹੋਈਏ। ਬੱਚਿਆਂ ਨੂੰ ਕਹੋ ਤੁਸੀਂ ਸਾਰੀ ਦਿਹਾੜੀ ਫੋਨ 'ਤੇ ਹੀ ਲੱਗੇ ਰਹਿੰਦੇ ਆ, ਅਤੇ ਆਪ ਮਤਲਬ ਕਹਿਣ ਦਾ ਭਾਵ ਵੀ ਗੱਡੀ ਵਿੱਚ ਵੀ ਛੱਡ ਦੇ, ਅਤੇ ਫਿਰ ਕਹਿਣ ਦਾ ਹੱਕ ਹੈਗਾ। ਅਤੇ ਕਦੋਂ ਕਹਿਣਾ ਚਾਹੀਦਾ ਭਲਾ, ਜਦੋਂ ਤੁਸੀਂ ਆਪ ਇਸ ਆਦਤ ਨੂੰ, ਮੈਂ ਨਹੀਂ ਨਾ ਕਹਿੰਦਾ ਇਸੇ ਕਰਕੇ, ਹਾਂਜੀ ਮੈਂ ਕਦੀ ਕਹਿ ਤੁਹਾਨੂੰ ਫੋਨ ਛੱਡ ਦਿਓ, ਕਿਉਂ ਨਹੀਂ ਕਹਿੰਦਾ ਭਲਾ, ਕਿਉਂਕਿ ਮੈਂ ਆਪ ਉਹਨੂੰ ਕੀ ਕਰਦਾ ਭਲਾ। ਅਤੇ ਜਿੱਦਣ ਮੈਂ ਆਪ ਉਹਨਾਂ ਸਾਹਮਣੇ ਛੱਡ ਦੂੰਗਾ, ਉਹਨਾਂ ਨੇ ਮੈਨੂੰ ਫਾਲੋ ਕਰਨਾ ਵੀ ਡੈਡੀ ਪਹਿਲਾਂ 6 ਘੰਟੇ ਯੂਜ਼ ਕਰਦਾ ਸੀਗਾ, ਹੁਣ 4 ਘੰਟੇ, ਹੁਣ 2 ਘੰਟੇ, ਅਤੇ ਉਹਨਾਂ ਨੇ ਕੀ ਕਰਨਾ ਭਲਾ, ਉਸੇ ਤਰ੍ਹਾਂ ਹੀ ਫਾਲੋ ਕਰਨਾ। ਯਾਨੀ ਕਿ ਜਿਹੜੀ ਸਿੱਖਿਆ ਦੇਣ ਦਾ ਮਤਲਬ ਸਿੱਖਿਆ ਨੂੰ ਸਿਖਾਉਣਾ ਨਹੀਂ ਗਾ, ਸਿੱਖਿਆ ਦੇਣ ਦਾ ਮਤਲਬ ਸਿੱਖਿਆ ਨੂੰ ਦਿਖਾਉਣਾ ਆ। ਅਤੇ ਗੱਲ ਅਸੀਂ ਉਹੋ ਹੀ ਕਹੀਏ, ਉਹਨੂੰ ਹੀ ਪ੍ਰਚਾਰ ਕਰੀਏ ਜਿਹੜੀ ਅਸੀਂ ਆਪ ਕਰ ਸਕਦੇ ਹਾਂ। ਔਰ ਫਿਰ ਜਿਹੜੀ ਅਸੀਂ ਆਪ ਕਰਦੇ ਹਾਂ ਨਾ, ਕਲੀਸਿਆ ਦੇ ਵਿੱਚ ਉਸੇ ਗੱਲ ਨੂੰ ਦਾ ਹੀ ਅਸਰ ਪੈਦਾ ਹੋਣਾ ਆ, ਉਸੇ ਗੱਲ ਨੂੰ ਹੀ ਲੋਕਾਂ ਪਾਸੋਂ ਫਿਨੀ ਉਹਨਾਂ ਨੂੰ ਅਸੀਂ ਦੇਖਦੇ ਨਾ, ਉਹਨਾਂ ਦੇ ਜੀਵਨ ਨੂੰ ਅਸੀਂ ਪਬਲਿਕਲੀ ਮੰਨਦੇ ਨਾ, ਸਾਡਾ ਜੀਵਨ ਉਹਨਾਂ ਦੇ ਜੀਵਨ ਦੇ ਬਰਾਬਰ। ਤੇ ਅੱਜ ਤੇ ਲੋਕੀ ਐਡੇ ਘਮੰਡੀ ਹੋਏ ਵੀ ਮੰਨਣ ਲਈ ਤਿਆਰ ਨਹੀਂ ਹੁੰਦੇ। ਤੇ ਅਸੀਂ ਨਾਲ ਇਹ ਵੀ ਦੱਸਦੇ ਸਾਡਾ ਜੀਵਨ ਉਹਨਾਂ ਦੇ ਵਰਗਾ ਕਿਉਂ ਨਹੀਂ ਗਾ। ਸਾਡਾ ਜੀਵਨ ਉਹਨਾਂ ਦਾ ਵਰਗਾ ਹੋ ਸਕਦਾ ਆ। ਉਹਨਾਂ ਵਿੱਚ ਸਾਡੇ 'ਚ ਫਰਕ ਕੀ ਆ, ਉਹ ਫੁੱਲ ਟਾਈਮ ਸੇਵਾ ਦੇ ਵਿੱਚ ਆ। ਫੁੱਲ ਟਾਈਮ ਉਹ ਸੇਵਾ ਦੇ ਵਿੱਚ ਆ, ਅਸੀਂ ਫੁੱਲ ਟਾਈਮ ਸੇਵਾ ਦੇ ਵਿੱਚ ਨਹੀਂ ਆ। ਜਿਸ ਬੰਦੇ ਨੇ ਫੁੱਲ ਟਾਈਮ ਖੁਦਾ ਦੇ ਵਚਨ ਨੂੰ ਪੜ੍ਹਨਾ ਆ, ਖੁਦਾ ਦੇ ਵਚਨ ਦੇ ਵੱਲ ਹੀ ਧਿਆਨ ਦੇਣਾ ਆ, ਉਸੇ ਪਾਸੇ ਲੱਗੇ ਰਹਿਣਾ ਆ, ਦੂਜੇ ਪਾਸੇ ਕਿਤੇ ਦਿਮਾਗ ਨਹੀਂ ਜਾਣਾ। ਉਹਨਾਂ ਦਾ ਉੱਠਣਾ ਆ ਅਤੇ ਲੋਕਾਂ ਦੇ ਫੋਨ ਆਉਣੇ ਆ, ਪ੍ਰਭੂ ਦੀ ਗੱਲ ਸ਼ੁਰੂ ਆ, ਉਹ ਕਿਤੇ ਗਏ ਆ ਉੱਥੇ ਪ੍ਰਭੂ ਦੀ ਗੱਲ, ਯਾਨੀ ਕਿ ਸੰਸਾਰ ਦੀ ਤਾਂ ਕੋਈ ਗੱਲ ਹੋਣੀ ਨਹੀਂ ਗੀ। ਅਸੀਂ ਗੱਡੀ 'ਚ ਬਹਿਣਾ, ਕਈ ਵਾਰੀ ਕੋਈ ਐਸਾ ਬਦਤਮੀਜ਼ ਸਵਾਰੀ ਮਿਲ ਜਾਣੀ, ਉਹਨੇ ਸਾਡਾ ਸਾਰਾ ਮਸਾ ਉਡਾਉਣਾ, ਸਾਡਾ ਦਿਲ ਕਰਨਾ ਜਾਂ ਤਾਂ ਗੱਡੀ ਕਿਤੇ ਮਾਰਦੀ ਅਤੇ ਜਾਂ ਇਸ ਕੰਮ ਨੂੰ ਛੱਡਦੀ। ਅਸੀਂ ਉਹਨਾਂ ਦਾ ਮੁਕਾਬਲਾ ਕਿੱਦਾਂ ਕਰ ਲਵਾਂਗੇ। ਤੇ ਜੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਉਹਨਾਂ ਦੇ ਵਰਗੇ ਬਣੀਏ, ਫਿਰ ਸਾਨੂੰ ਵੀ ਕੀ ਹੋਣਾ ਚਾਹੀਦਾ, ਫਿਰ ਸਾਨੂੰ ਵੀ ਫੁੱਲ ਟਾਈਮ ਸੇਵਾ ਦੇ ਵਿੱਚ ਆਉਣ ਦੀ। ਅਤੇ ਜਦੋਂ ਅਸੀਂ ਫੁੱਲ ਟਾਈਮ ਸੇਵਾ 'ਚ ਹੋਵਾਂਗੇ, ਫਿਰ ਸਾਡਾ ਜੀਵਨ ਵੀ, ਜੇ ਫੁੱਲ ਟਾਈਮ ਸੇਵਾ 'ਚ ਆਉਣ ਤੋਂ ਬਾਅਦ ਵੀ ਸਾਡਾ ਜੀਵਨ ਉਹਨਾਂ ਵਰਗਾ ਨਹੀਂ, ਫਿਰ ਸਾਡੇ 'ਤੇ ਲਾਹਨਤ ਹੈ। ਕਿਉਂਕਿ ਜੇ ਅਸੀਂ ਆਪਣੇ ਆਪ ਨੂੰ ਪ੍ਰਭੂ ਦੇ ਲਈ ਫੁੱਲ ਟਾਈਮ ਹਵਾਲੇ ਉਹਦੇ ਕੀਤਾ ਹੈ, ਤਾਂ ਫਿਰ ਕੰਮ ਕੀ ਹੋਣਾ ਚਾਹੀਦਾ ਭਲਾ, ਫਿਰ ਪੂਰੇ ਦਾ ਪੂਰਾ ਪ੍ਰਭੂ ਦੇ ਨਾਲ ਹੀ ਤੁਹਾਡਾ ਸਿਸਟਮ ਜੁੜਿਆ ਹੋਣਾ ਚਾਹੀਦਾ। ਅਤੇ ਫਿਰ ਜਿੱਦਾਂ ਦੇ ਖੁਦਾ ਦੇ ਸੰਤ ਹੁੰਦੇ ਆ, ਫਿਰ ਅਸੀਂ ਉੱਦਾਂ ਦੇ ਹੀ ਦਿਖਾਈ ਦੇਣੇ ਚਾਹੀਦੇ। ਸੋ ਸਿੱਖਿਆ ਦਾ ਮਤਲਬ
ਸਿੱਖਿਆ ਸਿਖਾਉਣੀ ਨਹੀਂ ਹੈ। ਸਿੱਖਿਆ ਦਾ ਮਤਲਬ ਸਿੱਖਿਆ ਦਿਖਾਉਣੀ ਹੈ। ਇੰਜੀਨੀਅਰ ਕੋ ਵੀ ਸਿੱਖਿਆ ਆ ਬਿਲਡਿੰਗ ਨੂੰ ਬਣਾਉਣ ਦੀ, ਤੇ ਮਿਸਤਰੀ ਦੇ ਕੋਲ ਵੀ ਸਿੱਖਿਆ ਹੈ ਬਿਲਡਿੰਗ ਨੂੰ ਬਣਾਉਣ ਦੀ। ਇੱਕ ਨੇ ਇੰਨੀ ਪੜ੍ਹਾਈ ਲਿਖਾਈ ਵਿਚਾਰੇ ਨੇ ਕੀਤੀ, ਇੰਨਾ ਪੈਸਾ ਵੀ ਕੀਤਾ, ਸਭ ਕੁਝ ਕੀਤਾ, ਪੜ੍ਹਾਈਆਂ ਲਿਖਾਈਆਂ ਕਰਕੇ ਵੀ, ਸਭ ਕੁਝ ਕਰਕੇ ਵੀ, ਉਹ ਸਾਨੂੰ ਦੱਸ ਸਕਦਾ ਟੈਕਨੀਕ ਆ। ਉਹਨੇ ਕਿਹਾ ਪੁੱਤ ਆ ਤੇ ਇਹਨੂੰ ਕਰਕੇ ਦਿਖਾ। ਹਾਂਜੀ ਕਰ, ਉਹਦੇ ਕੋਲ ਥਿਊਰੀ ਹੈਗੀ ਆ ਪਰ ਪ੍ਰੈਕਟੀਕਲ ਸਾਡੇ ਕੋਲ ਪ੍ਰੈਕਟੀਕਲ ਆ। ਥਿਊਰੀ ਨੂੰ ਅਸੀਂ ਫਾਲੋ ਫੇਰ ਕਰ ਸਕਦੇ ਹਾਂ ਕਿਉਂਕਿ ਅਸੀਂ ਕਰਦੇ ਹਾਂ, ਹੈ ਨਾ। ਤੇ ਫਿਰ ਉਹਦੀ ਪੜ੍ਹਾਈ ਦੇ ਨਾਲ ਇਹ ਠੀਕ ਜ਼ਿਆਦਾ ਨਹੀਂ ਵੀ ਅਸੀਂ ਤਾਂ ਉਹਦੇ ਨਾਲ ਫਿਰ ਗਾਂਹਦੇ ਹਾਂ, ਅਸੀਂ ਫਿਰ ਉਹਦੇ ਨਾਲੋਂ ਗਾਂਹਦੇ ਹੋਏ। ਕਿਉਂਕਿ ਅਸੀਂ ਹੱਥੀਂ ਉਹਨੂੰ ਕੰਮ ਨੂੰ ਕਰਦੇ ਹਾਂ, ਤੇ ਉਹਦੇ ਕੋਲ ਥਿਊਰੀ ਆ, ਉਹਨੇ ਕਾਲਜਾਂ 'ਚ ਪੜ੍ਹਿਆ ਹੋਇਆ, ਅਸੀਂ ਉਹਨੂੰ ਹੱਥੀਂ ਕੀਤਾ ਹੋਇਆ। ਸੋ ਸਿੱਖਿਆ ਦਾ ਮਤਲਬ ਅਸੀਂ ਜੋ ਸਿਖਾਉਣਾ ਆ ਉਹ ਸਿਰਫ ਸਿਖਾਉਣਾ ਨਹੀਂ ਹੈ, ਬਲਕਿ ਉਹਨੂੰ ਕੀ ਕਰਨਾ ਆ, ਦਿਖਾਉਣਾ ਆ। ਤੇ ਜਦੋਂ ਅਸੀਂ ਦਿਖਾਉਣ ਵਾਲੇ ਬਣ ਗਏ ਫਿਰ ਸਾਨੂੰ ਜ਼ਿਆਦਾ ਸਿਖਾਉਣ ਦੀ ਜ਼ਰੂਰਤ ਨਹੀਂ। ਪਾਸਟਰ ਮਲੀਰ ਉਹਨਾਂ ਦੇ ਨਾਲ ਅਸੀਂ ਰਹਿੰਦੇ ਹੁੰਦੇ ਸੀ ਨਾ, ਤੇ ਉਹਨਾਂ ਦੇ ਘਰਦਿਆਂ ਦੇ ਬੱਚਿਆਂ ਦਾ ਸਿਸਟਮ ਦੇਖਿਆ ਵੀ ਉਹਨਾਂ ਦੇ ਬੱਚੇ ਨੇ ਕਦੇ ਵੀ ਉਹਨਾਂ ਦੇ ਨਾਲ ਜਿਹੜੀ ਡੀਲ ਆ ਉਹਨਾਂ ਦੀ, ਉਹ ਜਿੱਦਾਂ ਬਾਪ ਦੇ ਨਾਲ ਬੱਚਿਆਂ ਦੀ ਤਾਂ ਉੱਦਾਂ ਦੀ ਹੈ ਹੀ ਨਹੀਂ ਸੀ। ਉਹ ਆਪਣੇ ਬਾਪ ਨੂੰ ਐਜ ਇੱਕ ਸੰਤ ਮੰਨ ਕੇ ਚੱਲਦੇ ਸੀਗੇ, ਤੇ ਜਿੱਦਾਂ ਕਲੀਸਿਆ ਦੇ ਬਾਕੀ ਲੋਕ ਸੀ ਉਹ ਆਪਣੇ ਆਪ ਨੂੰ ਉਹਨਾਂ ਦੇ ਅੱਗੇ ਉੱਦਾਂ ਹੀ ਰੱਖਦੇ ਸੀ। ਤੇ ਅੱਜ ਤੱਕ ਉਹਨਾਂ ਦਾ ਕੀ ਸਿਸਟਮ ਚੱਲਿਆ ਹੁੰਦਾ ਭਲਾ, ਉਹੋ ਹੀ ਚੱਲਿਆ ਹੁੰਦਾ। ਤੇ ਉਹਨਾਂ ਦੇ ਆਪਣੇ ਬਾਪ ਦੇ ਪ੍ਰਤੀ ਉਸ ਸਿਸਟਮ ਨੂੰ ਦੇਖ ਕੇ ਤਕਰੀਬਨ ਉਹਨਾਂ ਦੇ ਨਾਲ ਚੱਲਣ ਵਾਲੇ ਸਾਰੇ ਲੋਕ ਜਿਹੜੇ ਉਸੇ ਚੀਜ਼ ਨੂੰ ਫਾਲੋ ਕਰਦੇ ਸੀ। ਉਹਨਾਂ ਨੇ ਕਿਸੇ ਨੂੰ ਦੱਸਿਆ ਨਹੀਂ ਵੀ ਤੁਸੀਂ ਇੱਦਾਂ ਚੱਲੋ, ਕਿਉਂਕਿ ਲੋਕੀ ਕੀ ਕਰਦੇ ਭਲਾ, ਦੇਖਦੇ ਆ ਵੀ ਨਹੀਂ ਵੀ ਉਹਨਾਂ ਦੇ ਬੱਚੇ ਵੀ ਉਹਦੇ, ਕਿਉਂਕਿ ਜ਼ਿਆਦਾਤਰ ਭਲਾ ਕੀ ਹੁੰਦਾ, ਜ਼ਿਆਦਾਤਰ ਪਾਦਰੀਆਂ ਨੂੰ ਘਰ 'ਚ ਕੋਟੀ ਪੈਂਦੀ ਹੁੰਦੀ, ਜ਼ਿਆਦਾਤਰ ਪਾਦਰੀਆਂ ਨੂੰ ਘਰ 'ਚ ਕੋਟੀ ਪੈਂਦੀ ਹੈ, ਕਿਉਂਕਿ ਇਹ ਸਿੱਖਿਆ ਦੇ ਕੇ ਇਹਨਾਂ ਦੀ ਆਪਣੀ ਸਿੱਖਿਆ ਖਤਮ ਹੋ ਜਾਂਦੀ ਹੈ। ਅਕਲ ਇੰਨੀ ਕੁ ਵੰਡ ਹੁੰਦੀ, ਆਪਣੀ ਅਕਲ ਖਤਮ ਹੋ ਜਾਂਦੀ, ਫਿਰ ਇਹਨਾਂ ਨੂੰ ਘਰ 'ਚ ਮਾਰ ਹੀ ਪੈਂਦੀ ਵਿਚਾਰਿਆਂ ਨੂੰ। ਪੁੱਲਪਟ ਦੇ ਉੱਤੇ ਬਹੁਤ ਵਧੀਆ ਲੱਗਦੇ ਹੁੰਦੇ, ਕਿਉਂ ਭਲਾ, ਕਿਉਂਕਿ ਉਹ ਕਹਿੰਦੇ ਤੂੰ ਪੁੱਲਪਟ 'ਤੇ ਕੁਛ ਕਹਿਣਾ ਘਰ 'ਚ ਆ ਕੇ, ਜਾਂ ਤੇ ਕਿਉਂਕਿ ਉਹ ਦੇਖਦੇ ਨਾ, ਉਹ ਵੀ ਸੁਣਦੇ ਨਾ ਕਲੀਸਿਆ 'ਚ ਬੈਠ ਕੇ ਜਾ ਕੇ, ਪਾਪਾ ਕਹਿੰਦੇ ਠੱਗੀ ਨਹੀਂ ਕਰਨੀ, ਠੱਗੀ ਦੇ ਵਿੱਚ ਪਾਪਾ ਦੇ ਸਾਰੇ ਨਟਰ ਲਾਲ ਨੂੰ ਵੀ ਛੱਡ ਗਿਆ ਪਿੱਛੇ, ਹੈਂ। ਪੁੱਲਪਟ 'ਤੇ ਕਹਿੰਦੇ ਝੂਠ ਬੋਲਣਾ ਮਹਾਂ ਭਾਪ ਆ, ਇਹ ਤਾਂ ਝੂਠ ਤੋਂ ਬਿਨਾਂ ਬੋਲਦਾ ਹੀ ਕੁਛ ਨਹੀਂ ਗਾ। ਤੇ ਫਿਰ ਉਹਨਾਂ ਦੇ ਵਿੱਚ ਅਸਰ ਹੋ ਸਕਦਾ। ਤੇ ਜੇ ਉਹੀ ਪੁੱਲਪਟ 'ਤੇ ਸੁਣ ਕੇ ਆਏ ਹੋਣ, ਤੇ ਜੋ ਭਾਪੇ ਨੂੰ ਸੁਣਿਆ ਤੇ ਬਾਅਦ 'ਚ ਉਹਨੂੰ ਅਸਲੀ ਜੀਵਨ ਦੇ ਵਿੱਚ ਦੇਖਣ, ਤੇ ਕਦਰ ਆਪਣੇ ਆਪ ਹੀ ਹੋਣੀ ਸ਼ੁਰੂ ਹੋ ਜਾਣੀ। ਫਿਰ ਸਿੱਖਿਆ ਘੱਟ ਤੇ ਸਿੱਖਿਆ ਨੂੰ ਦਿਖਾਉਣਾ, ਫਿਰ ਸੁਣਾਉਣਾ ਘੱਟ ਹੋ ਜਾਂਦਾ, ਫਿਰ ਦਿਖਾਉਣਾ ਜ਼ਿਆਦਾ ਹੋ ਜਾਂਦਾ। ਸੋ ਜੀਵਨ ਦੇ ਵਿੱਚ ਅਸੀਂ ਬੱਚਿਆਂ ਨੂੰ ਅਗਰ ਚਾਹੁੰਦੇ ਹਾਂ ਵੀ ਉਹ ਕਿਸੇ ਸਿਸਟਮ ਦੇ ਨਾਲ ਚੱਲਣ, ਤੇ ਜ਼ਰੂਰੀ ਆ ਜਿਸ ਰਾਹ ਦੇ ਉੱਤੇ ਅਸੀਂ ਪਾਉਣਾ ਆ ਉਸ ਰਾਹ ਦੇ ਉੱਤੇ ਅਸੀਂ ਉਹਨਾਂ ਨੂੰ ਚੱਲ ਕੇ ਦਿਖਾਈਏ, ਤੇ ਫਿਰ ਉਹ ਉਸੇ ਰਾਹ ਦੇ ਉੱਤੇ ਚੱਲਣਗੇ, ਹਨ। ਅਗਲੀ ਗੱਲ ਦੇਖਦੇ, ਸਿੱਖਿਆ ਦਾ ਮਤਲਬ ਸਿਰਫ ਬੱਚਿਆਂ ਨਾਲ ਚੰਗੀਆਂ ਚੰਗੀਆਂ ਗੱਲਾਂ ਬਾਤਾਂ ਕਰਨਾ ਨਹੀਂ ਹੈ, ਬਲਕਿ ਅਸੀਂ ਉਹਨਾਂ ਨੂੰ ਉਹਦੇ ਵਿੱਚ ਚਲਾਉਣਾ ਆ। ਅਗਰ ਅਸੀਂ ਇਹ ਚਾਹੁੰਦੇ ਹਾਂ ਕਿ ਸਾਡਾ ਬੱਚਾ ਸਹੀ ਰਾਹ 'ਤੇ ਚੱਲੇ, ਤਾਂ ਸਭ ਤੋਂ ਪਹਿਲਾਂ ਸਾਨੂੰ ਉਹਨਾਂ ਸਾਹਮਣੇ ਆਪਣੇ ਆਪ ਨੂੰ ਉਸ ਚੰਗੇ ਰਾਹ 'ਤੇ ਚੱਲਣ ਦੀ ਜ਼ਰੂਰਤ ਆ, ਜੇ ਅਸੀਂ ਚਾਹੁੰਦੇ ਉਹ ਚੱਲਣ, ਹੈ ਨਾ। ਪੰਜਾਬੀ ਦੇ ਇੱਕ ਕਹਾਵਤ ਵੀ ਸੁਣੀ ਹੋਣੀ, ਕਹਿੰਦੇ ਜਿੱਦਾਂ ਦੀ ਕੋਕੋ ਤੇ ਉੱਦਾਂ ਦੇ ਕੋਕੋ ਦੇ। ਇਹ ਕਹਾਵਤ ਗੱਲ ਹੀ ਬਣੀ, ਕੋਕੋ ਹੁੰਦੀ ਕੌਣ ਆ ਵੈਸੇ? ਹਾਂਜੀ, ਜਿੱਦਾਂ ਦੀ ਕੋਕੋ ਉੱਦਾਂ ਦੇ ਕੋਕੋ ਦੇ। ਐਵੇਂ ਥੋੜ੍ਹੀ ਕਿਸੇ ਨੇ ਬਣਾਈ ਹੈ ਮਿਸਾਲ। ਜਦੋਂ ਬਜ਼ੁਰਗਾਂ ਨੇ ਬਣਾਈਆਂ ਤਾਂ ਉਹਨਾਂ ਨੇ ਐਵੇਂ ਨਹੀਂ ਬਣਾਈਆਂ, ਉਹਦੇ ਪਿੱਛੇ ਕੋਈ ਨਾ ਕੋਈ ਰਾਜ ਹੁੰਦਾ। ਤੇ ਫਿਰ ਅਸੀਂ ਜਿੱਦਾਂ ਦੇ ਆ ਫਿਰ ਉੱਦਾਂ ਦੇ ਉਹਨਾਂ ਨੇ ਬੱਚਿਆਂ ਨੇ ਵੀ ਬਣਨਾ ਆ। ਅਬਰਾਹਮ ਨੇ ਇਸਹਾਕ ਨੂੰ ਧਰਮ ਦੇ ਰਾਹ 'ਤੇ ਚੱਲਣ ਦੀ ਸਿੱਖਿਆ ਦਿੱਤੀ, ਲਿਖਿਆ ਬਾਈਬਲ 'ਚ ਕਿਤੇ? ਹਾਂਜੀ, ਅਬਰਾਹਮ ਨੇ ਇਸਹਾਕ ਨੂੰ ਚੰਗੇ ਰਾਹ 'ਤੇ ਚੱਲਣ ਦੀ ਸਿੱਖਿਆ ਦਿੱਤੀ। ਇਸਹਾਕ ਆਪਣੇ ਬਾਪ ਦੀ ਤਰ੍ਹਾਂ ਧਰਮ ਦੇ ਰਾਹ 'ਤੇ ਚੱਲਿਆ। ਕਿਉਂ ਚੱਲਿਆ? ਇਸ ਲਈ ਕਿ ਇਸਹਾਕ ਨੇ ਆਪਣੇ ਬਾਪ ਨੂੰ ਧਰਮ ਦੇ ਰਾਹ 'ਤੇ ਚੱਲਦਿਆਂ ਦੇਖਿਆ ਸੀ। ਅਬਰਾਹਮ ਨੂੰ ਇਸਹਾਕ ਨੂੰ ਸਿੱਖਿਆ ਦੇਣ ਦੀ ਜ਼ਰੂਰਤ ਨਹੀਂ ਗੀ। ਲੋਕੀ ਜਿਹੜੀ ਸਿੱਖਿਆ ਦਿੰਦੇ ਆ, ਉਹ ਸਿੱਖਿਆ ਦੇ ਬਦਲੇ ਵਿੱਚ ਆਪਣੇ ਬੇਟੇ ਦੇ ਸਾਹਮਣੇ ਉੱਦਾਂ
इसहाक देखदा है खुदा दे नाल ओहदी मुहब्बत, ऐसी मुहब्बत खुदा ने कहा आ अपना इकलौता पुत्र नूं लै ते इहनूं कुर्बानगाह ते लटा ते जबा कर दे, ते उन्हें मिनट भी नहीं लाया। उन्हें देखी भी मेरे बाप ने खुदा दे नाल जिहड़ा रिश्ता बनाया, ਇਹਦਾ मतलब लोकी ते अंदाज़ियां दे नाल ही सोचदे भी रब नां दा कोई हैगा शख्स, पर ये जो कुछ करदा है ना, ਇਹਦਾ मतलब ਇਹਦਾ रब दे नाल कनैक्शन की है भला? सीधा सीधा यह ਜਿਹੜਾ अपने बेटे नूं इक्को एक बेटा 100 साल की उम्र च मिलिया होया, अजे वो जवानी की दहलीज से पैर भी रखिया, तो की कहता कुर्बान कर, ते एक कुर्बान करने लिए तैयार हो गया। उन्हें देखी अपने बाप की मुहब्बत परमेश्वर के नाल, तो फिर इसहाक की मुहब्बत दे विच कोई कमी? जैसी अब्राहम ने खुदा दे नाल मुहब्बत की, तो वैसे ही इसहाक ने भी फिर की। क्यों? क्योंकि उन्हें अपने बाप नूं वो सब कुछ करदियां होया देखिया, और वह सब कुछ किया। जिफ्ता नूं जदों पता लगा ना मेरे बाप ने आ सुखना सुखी है, तो मतलब कहना भाव भी हुण वारी तो मेरी आ गई, तो वह कुड़ी कुर्बान होने लिए तैयार इस करके हो गई ना कि मेरा बाप हुण चाहुंदा है भी मैं खुदा नाल प्रॉमिस कीता सी, तो मैनूं हुण अपना प्रॉमिस की करना भला पूरा करना पैना। कुड़ी अज दी हुंदी तो अगली ने डांग लैके दुआले हो जाना सीगा। तू पहली गल तो इदां दी सौं खाधी गल ही हैं, तू इदां दा प्रॉमिस कीता काहदे लई? ठीक है, तो तू प्रॉमिस तू आप मारे, मैनूं कल नहीं मारन दिया। पर कुड़ी नूं पता आ मेरे बाप ने जो कहा है ना, ਉਹਦੇ मन ਦੇ ਵਿੱਚ ਉਹਨੂੰ पूरा करन दी चाहत आ। तो कुड़ी कहती ठीक है जी, तुसी परमेश्वर दे अगे शर्मिंदा नहीं होने चाहिए, जे परमेश्वर नूं मेरी जरूरत है तो मैनूं कुर्बान कर दे। ते बेटी कुर्बान हो गई, इसहाक नूं ते खुदा ने बचाया। पर यह बेटी की हुई भला? ये अपने बाप दे कौल दे लई कुर्बान होने दे वास्ते तैयार क्यों हुई? इसलिए तैयार हुई क्योंकि उन्होंने अपने बाप नूं परमेश्वर दे नाल मुहब्बत करदिआं, उन्होंने अपने बाप नूं परमेश्वर दे नाल चलदिआं होइआं देखिया, तो देखने की वजह बनी आ भी वो बच्चे फिर अपने माँ बाप की हर गल नूं पूरा करने के लिए तैयार आ। सो असीं सिक्ख्या दईए, पर असीं उहदे मुताबक करिए कुछ दे नाल, ते फिर सिक्ख्या खाली सिक्ख्या रह जाती है, ਉਹਦਾ असर जिहड़ा आ वो असीं सामने देख सकते नहीं है। इसलिए जिथे खुदा ने ऐलान किया कि मैं अब्राहम का खुदा हाँ, उत्थे ही जदों उसका बेटा भी उस राह ते चलिया, तो खुदा ने अब्राहम के नाल एक होर नाम जोड़ के क्या मैं अब्राहम ते इसहाक का खुदा हाँ। नाम जोड़ने शुरू हो गए ना। बाप नूं चलदिआं देखिया तो बेटा चलिया, तो पहला खुदा की कहता मैं अब्राहम का खुदा। पहचान की दी उन्हें? मैं अब्राहम का खुदा। फिर पहचान की होगी भला? मैं अब्राहम ते इसहाक का खुदा। फिर इसहाक का अगे बेटे पैदा होए, तो उन्हां विचों यकूब ने अपने बाप नूं फिर अपना आइडल मन्निया, तो फिर यकूब भी उस तरह चलिया जिवें उहदा बाप ते उहदा दादा चलदे सी। तो फिर खुदा ने कह दिता मैं अब्राहम इसहाक ते। अज तक इसराइलियां दे नाल परमेश्वर जदों भी किसी नाल कोई गल करदा आया, तो अपनी पहचान दसदे होए भला की कहंदा आ? अज तक भी जदों भी उन्होंने बाप दादियां दे नाल परमेश्वर गल करदा, तो अपनी पहचान दसदे वक्त की कहंदा? मैं तुहाडे बाप दादियां दा परमेश्वर। किहदा परमेश्वर? अब्राहम इसहाक ते। कोई गल सी ना, तां करके नाम जुड़िया। तो साडे विच अजे तो कोई गल नहीं, वो कभी मैं इकबाल गिर दा खुदा। हाँ जी, ਇਹਦਾ मतलब जे ਅਸੀਂ ਉਹਨਾਂ ਨਬੀਆਂ ਦੇ ਨਾਲ ਆਪਣੇ जोड़ के देखिए, तो फिर ਅਸੀਂ अजे कुछ भी, तो रुतबा किड्डा वड्डा ਉਹਨਾਂ ਦੇ ਨਾਲੋਂ भी किते उत्ते दा आया। पर जदों कामे देखिए तो फिर उस मुताबक अजे असी शुरू भी किया नहीं है। इसहाक तो बाद ਉਹਦਾ बेटे ਦੇ भी ਅਸੀਂ जीवन देखते हैं सारा कुछ। तो खुदा ने ਇਹਨਾਂ ਤਿੰਨਾਂ ਦੇ ਨਾਲ अपना हमेशा ਦੇ ਲਈ नाम जोड़िया। क्यों? क्योंकि ये वो लोग सीगे जिन्हां ने सिक्ख्या नूं सिर्फ दस्सिया नहीं, सिक्ख्या नूं सुनिया जां सुनाया नहीं, बल्कि सिक्ख्या नूं अपने जीवन दे विच दिखाया है। तो जे असीं हुण सिक्ख्या प्रभु दी कलीसिया च आके सुणदे हैं, तो जो दिखाउण दी वारी आंदी उत्थे साडी बस, तो फिर जो सिक्ख्या नूं असीं दिखा ही नहीं सकते, तो फिर सिक्ख्या नूं सुणाउण दा की फायदा? मैं हुण गाना शुरू कर दिंदा भजन भी, किहड़ा भजन गाने ने आपां प्रेम दे उत्ते
प्यार फूले नहीं, प्यार जलता नहीं, सब कुछ टल जाता है, प्यार टलता नहीं। प्यार मारे ना कत्ल करे, प्यार कहता है माफ़ करो। यीशु का हुक्म है यही तुम सबसे की करो। यीशु का हुक्म है यही तुम सबसे। ਅਸੀਂ ਜਦੋਂ ਗਾਣਾ ਗਾਉਣਾ ਉਦੋਂ ਅਸੀਂ ਜਲਾਲੀ ਹੁੰਦੇ ਆ। ਜਦੋਂ ਗਾਣਾ ਗਾਉਣਾ ਉਦੋਂ ਤਾੜੀਆਂ ਦੇ ਨਾਲ ਸਾਡੇ ਹੱਥ ਦੁਖਣ ਲੱਗ ਪੈਂਦੇ ਆ। ਉਦੋਂ ਚਿਹਰੇ ਉੱਤੇ ਨੂਰ ਹੁੰਦਾ ਆ। ਉਦੋਂ ਤੇ ਇਦਾਂ ਲੱਗਦਾ ਹੁੰਦਾ ਵੀ ਇਹਦੇ ਤੋਂ ਵੱਧ ਮੁਹੱਬਤ ਕਰਨ ਵਾਲਾ ਸੰਸਾਰ 'ਚ ਕੋਈ ਬੰਦਾ। ਉਹ ਤਾੜੀਆਂ ਉੱਥੇ ਵੱਜੀਆਂ ਹੁੰਦੀਆਂ, ਨਾਲ ਹੀ ਬਾਹਰ ਢਾਇਆ ਹੁੰਦਾ ਇੱਕ ਦੂਜੇ ਨੂੰ। ਉਦੋਂ ਜਲਾਲ ਫਿਰ ਹੋਰ ਜ਼ਿਆਦਾ ਹੁੰਦਾ। ਕਿਉਂ? ਇਹਦਾ ਮਤਲਬ ਅਸੀਂ ਸਿੱਖਿਆ ਨੂੰ ਸਿਰਫ ਸੁਣਦੇ ਹਾਂ, ਗ੍ਰਹਿਣ ਕਰਕੇ ਆਪਣੇ ਜੀਵਨ ਦੇ ਵਿੱਚ ਉਹਨੂੰ ਲਾਗੂ ਨਹੀਂ ਕਰਦੇ। ਤੇ ਜੇ ਅਸੀਂ ਉਹਨੂੰ ਲਾਗੂ ਹੀ ਨਹੀਂ ਕਰਨਾ ਤੇ ਫਿਰ ਮੈਂ ਨਹੀਂ ਸਮਝਦਾ ਵੀ ਉਹਨੂੰ ਸੁਣਨ ਦਾ ਵੀ ਕੋਈ ਫਾਇਦਾ ਹੈਗਾ। ਫਿਰ ਉਹਨੂੰ ਸੁਣਨ ਦਾ ਕੋਈ ਫਾਇਦਾ ਨਹੀਂ ਹੈ। ਹੁਣ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਆਪਣੇ ਬੱਚਿਆਂ ਨੂੰ ਉਹ ਰਾਹ ਦੱਸੀਏ ਜਿਸ ਉੱਤੇ ਉਹਨਾਂ ਨੇ ਚੱਲਣਾ। ਬੱਚੇ ਨੇ ਤੇ ਦੱਸਤਾ, ਹੁਣ ਸਾਨੂੰ ਕੀ ਚਾਹੀਦਾ? ਫਿਰ ਅਸੀਂ ਉਹਨੂੰ ਉਹ ਰਾਹ ਦੱਸੀਏ ਜਿਹਦੇ ਉੱਤੇ ਉਹਨਾਂ ਨੇ ਚੱਲਣਾ ਆ। ਹੋ ਸਕਦਾ ਕਿ ਅਜੇ ਤੱਕ ਵਚਨ ਦਾ ਸਹੀ ਗਿਆਨ ਨਾ ਮਿਲਣ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਉਹ ਰਾਹ ਨਾ ਦੱਸ ਸਕੇ ਹੋਈਏ ਜਿਸ ਉੱਤੇ ਉਹਨਾਂ ਨੂੰ ਚੱਲਣਾ ਚਾਹੀਦਾ ਸੀ। ਤਾਂ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਜੇ ਅਸੀਂ ਅਜੇ ਤੱਕ ਆਪਣੀ ਇਸ ਜ਼ਿੰਮੇਵਾਰੀ ਨੂੰ ਨਹੀਂ ਨਿਭਾਇਆ ਤੇ ਇੱਥੇ ਵੀ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ, ਕਿਉਂਕਿ ਵਚਨ 'ਚ ਲਿਖਿਆ, ਅੱਜ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣੋ ਤੇ ਆਪਣੇ ਦਿਲਾਂ ਨੂੰ ਕਠੋਰ। ਜੇ ਅੱਜ ਤੱਕ ਅਸੀਂ ਇਹ ਫਰਜ਼ ਪੂਰਾ ਨਹੀਂ ਕੀਤਾ ਤੇ ਫਿਰ ਅਸੀਂ ਅੱਜ ਇਹ ਫੈਸਲਾ ਲੈ ਸਕਦੇ ਹਾਂ ਕਿ ਅਸੀਂ ਆਪਣੇ ਫਰਜ਼ ਨੂੰ ਪੂਰਾ। ਪਰਮੇਸ਼ਵਰ ਤੇ ਸਾਡੇ ਆਖਰੀ ਸਾਹ ਤੱਕ ਵੀ ਸਾਡੀ ਗੱਲ ਨੂੰ ਸੁਣਨ ਦੇ ਲਈ ਤਿਆਰ ਆ, ਜੇ ਅਸੀਂ ਦਿਲੋਂ ਮੰਨਣ ਦੇ ਵਾਸਤੇ ਤਿਆਰ ਹੋਈਏ। ਪਰ ਇੱਥੇ ਇਹ ਨਾ ਲੈ ਲਈਏ ਚਲੋ ਕੋਈ ਨਹੀਂ, ਆਖਰੀ ਸਾਹ ਆਉਣ ਵਾਲਾ ਹੋਊਗਾ ਫਿਰ ਮੰਨ ਲਵਾਂਗੇ। ਇਹ ਉਹਨਾਂ ਲਈ ਹੈ ਜਿਹਨਾਂ ਨੂੰ ਮੌਕਾ ਨਹੀਂ ਮਿਲਿਆ। ਉਹ ਆਪਣੇ ਆਖਰੀ ਸਾਹ ਦੇ ਉੱਤੇ ਵੀ ਕਹਿ ਦੇਣ ਨਾ ਵੀ ਅਸੀਂ ਗੁਨੇਗਾਰ ਹਾਂ ਤੇ ਤੂੰ ਨਜਾਤ ਦੇਹਿੰਦਾ ਆ, ਤੇ ਉਹ ਮਾਫ਼ ਕੀਤੇ ਜਾਣਗੇ, ਜਿਵੇਂ ਡਾਕੂ ਯਿਸੂ ਮਸੀਹ ਦੇ ਨਾਲ ਸਰੀਰ 'ਤੇ ਲਟਕਾਇਆ ਹੋਇਆ ਮਾਫ਼ ਕੀਤਾ ਗਿਆ। ਪਰ ਸਾਡੇ ਕੋਲ ਉਹ ਬਹਾਨਾ ਨਹੀਂ ਚੱਲ ਸਕਦਾ। ਕਿਉਂਕਿ ਸਾਨੂੰ ਪਹਿਲਾਂ ਸੱਚਾਈ ਮਿਲ ਚੁੱਕੀ ਹੈ। ਸਾਨੂੰ ਸਲੀਬ ਦੇ ਉੱਤੇ ਨਹੀਂ ਸੱਚਾਈ ਮਿਲੀ, ਸਾਨੂੰ ਸਲੀਬ 'ਤੇ ਚੜ੍ਹਨ ਤੋਂ ਪਹਿਲਾਂ ਸੱਚਾਈ ਮਿਲ ਚੁੱਕੀ। ਅਸੀਂ ਸੱਚਾਈ ਨੂੰ ਕਬੂਲ ਕਰਕੇ ਸਲੀਬ 'ਤੇ ਚੜ੍ਹੇ। ਉਹਨੇ ਸਲੀਬ 'ਤੇ ਚੜ੍ਹ ਕੇ ਸੱਚਾਈ ਨੂੰ ਕਬੂਲ ਕੀਤਾ ਸੀ। ਹੈਗੇ ਦੋਨੇ ਸਲੀਬ ਦੇ ਉੱਤੇ ਆ। ਇੱਕ ਨੂੰ ਸਲੀਬ ਦੇ ਉੱਤੇ ਜਾਨ ਦੇਣ ਤੋਂ ਪਹਿਲਾਂ ਪਤਾ ਲੱਗਾ ਸੱਚਾਈ ਦਾ, ਇੱਕ ਉਹ ਆ ਜਿਹਨਾਂ ਸੱਚਾਈ ਦਾ ਪਤਾ ਲੱਗਾ ਤੇ ਫਿਰ ਹਰ ਰੋਜ਼ ਆਪਣੀ ਸਲੀਬ ਚੁੱਕ ਕੇ ਉਹਦੇ ਮਗਰ ਚੱਲਦੇ ਆ। ਸਲੀਬ ਚੁੱਕਣਾ ਬੜੇ ਸਾਰੇ ਉਹਦੇ ਪ੍ਰਕਾਸ਼ਨ ਖੁਦਾ ਦੇ ਲੋਕਾਂ ਨੇ ਦੱਸੇ ਆ। ਉਹਦਾ ਸਭ ਤੋਂ ਵੱਡਾ ਹੈਗਾ ਇੱਕ ਜਲਾਲਤ ਆ। ਕੀ ਹੈ ਭਲਾ? ਸਲੀਬ ਚੁੱਕਣਾ, ਆਪਣੀ ਸਲੀਬ ਨੂੰ ਆਪ ਚੁੱਕਣਾ ਫਿਰ ਇੱਕ ਜਲਾਲਤ ਨੂੰ ਦਿਖਾਉਂਦਾ। ਕਿਉਂਕਿ ਮੋਢੇ ਦੇ ਉੱਤੇ ਲਾਨਤ ਦਾ ਨਿਸ਼ਾਨ ਚੁੱਕੀ ਜਾਂਦਾ ਹੈ। ਕੀ ਚੁੱਕਦਾ ਪਿਆ ਭਲਾ? ਮੋਢੇ ਦੇ ਉੱਤੇ ਲਾਨਤ ਦੇ ਨਿਸ਼ਾਨ ਨੂੰ ਚੁੱਕੀ ਜਾਂਦਾ ਹੈ ਤੇ ਫਿਰ ਉਹਦੇ ਉੱਤੇ ਉਹਨੂੰ ਲਟਕਾਇਆ ਜਾਣਾ ਆ। ਤੇ ਵਚਨ ਦੱਸਦਾ ਆ ਸਰਾਪੀ ਆ ਉਹ ਜਿਹੜਾ ਉਹਦੇ ਉੱਤੇ ਲਟਕਾਇਆ ਜਾਵੇ। ਤੇ ਸਾਨੂੰ ਪ੍ਰੇਮ ਕਰਨ ਵਾਲਾ ਪਰਮੇਸ਼ਵਰ ਸਾਡੀ ਖਾਤਰ ਏਡੀ ਵੱਡੀ ਜ਼ਲਾਲਤ ਨੂੰ ਸਹਿੰਦਾ ਆ। ਏਡੀ ਵੱਡੀ ਜਲਾਲਤ ਨੂੰ ਉਹ ਸਹਿੰਦਾ ਆ। ਕਾਹਦੇ ਲਈ ਭਲਾ? ਅਸੀਂ ਕਿਸੇ ਤਰ੍ਹਾਂ ਉਹਦੇ ਨਮੂਨੇ ਦੇ ਉੱਤੇ ਚੱਲੀਏ। ਉਹ ਜਿੱਦਾਂ ਦਾ ਸਾਨੂੰ ਚਲਾਉਣਾ ਚਾਹੁੰਦਾ ਉੱਦਾਂ ਦਾ ਉਹਨੇ ਸਾਡੇ ਅੱਗੇ ਸਾਨੂੰ ਚੱਲ ਕੇ ਦਿਖਾਇਆ ਆ। ਉਹ ਜਿੱਦਾਂ ਦਾ ਸਾਨੂੰ ਬਣਾਉਣਾ ਚਾਹੁੰਦਾ ਆ ਉੱਦਾਂ ਦਾ ਨਮੂਨਾ ਉਹਨੇ ਸਾਡੇ ਅੱਗੇ ਪੇਸ਼ ਕਰਕੇ ਸਾਨੂੰ ਦਿਖਾਇਆ ਆ। ਕੱਲ੍ਹ ਨੂੰ ਕੋਈ ਇਹ ਨਾ ਕਹਿ ਦੇਵੇ ਤੈਨੂੰ ਕੀ ਪਤਾ ਦੁੱਖ ਹੁੰਦਾ ਕੀ ਆ, ਉਹਨੇ ਦੁੱਖ ਸਹਿ ਕੇ ਦਿਖਾਇਆ ਆ। ਤੈਨੂੰ ਕੀ ਪਤਾ ਸ਼ਰਮਿੰਦਗੀ ਹੁੰਦੀ ਕੀ ਆ, ਉਹਨੇ ਇਹ ਕਰਕੇ ਦਿਖਾਇਆ ਆ। ਜਿਹਨੇ ਸਲੀਬ 'ਤੇ ਚੜ੍ਹਨ ਤੋਂ ਪਹਿਲਾਂ ਕਿਹਾ ਨਾ, ਜੇ ਕੋਈ ਤੁਹਾਡੇ ਇੱਕ ਗੱਲ 'ਤੇ ਥੱਪੜ ਮਾਰੇ ਤੇ ਦੂਜਾ ਉਹਦੇ ਵੱਲ ਕਰ ਦਿਓ, ਉਹਨੇ ਆਪਣੀਆਂ ਗੱਲਾਂ ਨੂੰ ਲੋਕਾਂ ਦੇ ਹਵਾਲੇ ਕੀਤਾ ਕਿ ਉਹ ਥੱਪੜ ਮਾਰ ਸਕਣ। ਉਹਨੇ ਕਿਹਾ ਨਹੀਂ, ਸਿਰਫ ਉਹ ਆਪਣਾ ਨਮੂਨਾ ਸਾਡੇ ਅੱਗੇ ਪੇਸ਼ ਕਰਕੇ ਗਿਆ ਜਿਹੜਾ ਸਾਨੂੰ ਉਸ ਚੀਜ਼ ਦੀ ਸਿੱਖਿਆ ਦਿੰਦਾ ਹੈ ਵੀ ਤੁਹਾਨੂੰ ਇਹਦੇ ਉੱਤੇ ਚੱਲਣਾ ਆ। ਤੇ ਬੱਚੇ ਨੂੰ ਉਸ ਮਾਰਗ ਦੀ ਸਿੱਖਿਆ ਦੇ ਜਿਹਦੇ ਉੱਤੇ ਕੀ ਕਰਨਾ ਭਲਾ ਉਹਨੇ ਚੱਲਣਾ। ਤੇ ਯਿਸੂ ਮਸੀਹ ਦੇ ਵਚਨ ਦੇ ਵਿੱਚ ਜੇ ਇਹ ਸਭ ਕੁਝ ਲਿਖਿਆ ਨਾ, ਤੇ ਉਹਨੇ ਵੀ ਕਿਹਾ ਨਹੀਂ, ਬਲਕਿ ਉਹਨੇ ਸਾਡੇ ਸਾਹਮਣੇ ਆਪਣੇ ਆਪ ਨੂੰ ਇੱਕ ਨਮੂਨਾ ਕਰਕੇ ਪੇਸ਼ ਕੀਤਾ ਹੈ।
ਕੱਲ੍ਹ ਨੂੰ ਕੋਈ ਉਹਦੇ ਵੱਲ ਉਂਗਲੀ ਚੁੱਕਣ ਵਾਲਾ ਨਾ ਹੋਵੇ। ਦੁੱਖ ਕਿੱਥੋਂ ਤੱਕ ਮਿਲ ਸਕਦਾ ਆ, ਸਜ਼ਾਏ ਮੌਤ ਦੀ ਸਜ਼ਾ ਕਿੰਨੀ ਕੁ ਦਰਦਨਾਕ ਹੋ ਸਕਦੀ ਆ, ਉਹਦੇ ਵਿੱਚ ਵੀ ਉਹਨੇ ਸਭ ਤੋਂ ਵੱਧ ਦਰਦਨਾਕ ਮੌਤ ਨੂੰ ਕਬੂਲ ਕੀਤਾ। ਉਹ ਤੋਂ ਵੱਧ ਦਰਦਨਾਕ ਮੌਤ ਨਾ ਸੰਸਾਰ ਦੇ ਵਿੱਚ ਕਦੀ ਕਿਸੇ ਨੂੰ ਮਿਲੀ ਅਤੇ ਨਾ ਆਉਣ ਵਾਲੀਆਂ ਸਦੀਆਂ ਦੇ ਵਿੱਚ ਕਿਸੇ ਨੂੰ ਕਦੀ ਮਿਲ ਸਕਦੀ ਹੈ। ਜੈਸੀ ਮੌਤ ਉਹਨੇ ਆਪ ਕਬੂਲ ਕੀਤੀ। ਕਾਹਦੇ ਲਈ? ਕੱਲ੍ਹ ਨੂੰ ਕੋਈ ਇਹ ਵੀ ਨਾ ਕਵੇ ਅਸੀਂ ਤਾਂ ਤੇਰੇ ਵਾਸਤੇ ਬਹੁਤ ਖਤਰਨਾਕ ਮੌਤ ਮਰੇ ਹਾਂ, ਤਾਂ ਕਹਿ ਸਕੂਗਾ ਇਸ ਤੋਂ ਪਹਿਲਾਂ ਤੁਹਾਡੀ ਖਾਤਰ ਮੈਂ ਮਰਿਆ। ਤੁਸੀਂ ਤਾਂ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਮਰੇ, ਪਰ ਮੈਂ ਤੁਹਾਨੂੰ ਬਚਾਉਣ ਦੀ ਖਾਤਰ ਆਪਣੀ ਜਾਨ ਦਿੱਤੀ ਸੀ। ਸੋ ਨਮੂਨਾ ਦਿੱਤਾ। ਅੱਜ ਉਹਨੇ ਨਮੂਨਾ ਦਿੱਤਾ ਹੈ ਅਤੇ ਦੁਨੀਆ ਵਿੱਚ ਸਭ ਤੋਂ ਵੱਧ ਫਾਲੋ ਕਰਦੇ ਅਗਰ ਕਿਹਨੂੰ ਕਰਦੇ ਆ? ਪ੍ਰਭੂ ਯਿਸੂ ਮਸੀਹ ਨੂੰ। ਅਗਰ ਅੱਜ ਦੁਨੀਆ ਦੇ ਵਿੱਚ ਸਭ ਤੋਂ ਵੱਧ ਗਿਣਤੀ ਆ ਅਤੇ ਕ੍ਰਿਸਚਨਾਂ ਦੀ ਕਿਉਂ? ਕਿਉਂਕਿ ਇਹਨਾਂ ਦਾ ਜਿਹੜਾ ਗੁਰੂ ਅਤੇ ਪ੍ਰਭੂ ਹੋ ਕੇ ਇਸ ਸੰਸਾਰ ਦੇ ਵਿੱਚ ਆਇਆ, ਉਹਨੇ ਬਾਕੀਆਂ ਵਾਂਗੂ ਗੱਲਾਂ ਨਹੀਂ ਕੀਤੀਆਂ। ਅਸੀਂ ਹਿੰਦੂ ਵਿੱਚ ਦੇਖਦੇ, ਕਹਿੰਦੇ ਜਦੋਂ ਜਦੋਂ ਸੰਕਟ ਸੰਸਾਰ 'ਤੇ ਆਉਂਦਾ ਨਾ, ਉਦੋਂ ਉਹ ਆਉਂਦੇ ਆ ਜੀ ਅਵਤਾਰ ਲੈ ਕੇ ਪਾਪੀਆਂ ਦਾ ਕੀ ਕਰਨ ਵਾਸਤੇ ਭਲਾ? ਪਾਪੀਆਂ ਦਾ ਨਾਸ਼ ਕਰਨ ਵਾਸਤੇ। ਇੱਥੇ ਆਉਣ ਦੀ ਕੀ ਜ਼ਰੂਰਤ ਹੈ? ਹਾਂਜੀ, ਹੈਗੀ ਜ਼ਰੂਰਤ? ਪਾਪੀਆਂ ਦਾ ਨਾਸ਼ ਕਰਨ ਵਾਸਤੇ ਇੱਥੇ ਆਉਣ ਦੀ ਤਾਂ ਕੋਈ ਜ਼ਰੂਰਤ ਹੀ ਨਹੀਂ। ਉਹ ਤੇ ਘੂਰ ਦਵੇ ਤੇ ਬ੍ਰਹਮਾਂਡ ਨੂੰ ਅੱਗ ਲੱਗ ਜਾਵੇ। ਉਹ ਘੂਰੇ ਤੇ ਬ੍ਰਹਮਾਂਡ ਪੂਰਾ ਯੂਨੀਵਰਸਲ ਪੂਰਾ ਸੜ ਕੇ ਸਵਾਹ ਹੋ ਜਾਵੇ, ਤੇ ਫਿਰ ਜ਼ਰੂਰਤ ਕੀ ਹੈ ਆਉਣ ਦੀ? ਇਹਦੇ ਵਿੱਚ ਕਿਤੇ ਨਾ ਕਿਤੇ ਕੁਛ ਗੜਬੜ ਆ। ਤੇ ਫਿਰ ਇਹ ਜਿਹੜਾ ਸਾਡੇ ਲਈ ਆਇਆ ਨਾ, ਇਹ ਬਾਦਸ਼ਾਹ ਦੇ ਘਰ ਦੇ ਵਿੱਚ ਨਹੀਂ ਪੈਦਾ ਹੋਇਆ। ਇਹ ਬਾਦਸ਼ਾਹ ਦੇ ਘਰ 'ਚ ਨਹੀਂ ਪੈਦਾ ਹੋਇਆ। ਇਹਨੂੰ ਪੈਦਾ ਹੋਣ ਦੇ ਲਈ ਜਗ੍ਹਾ ਵੀ ਨਹੀਂ ਮਿਲਦੀ ਪਈ। ਕੋਈ ਆਪਣੇ ਘਰ 'ਚ ਨਹੀਂ ਵਾੜਦਾ ਪਿਆ। ਇੱਥੇ ਕੋਈ ਗਰਭਵਤੀ ਔਰਤ ਜਾਂਦੀ ਹੋਵੇ ਤਾਂ ਉਹਨੂੰ ਗਰਭ ਦੀਆਂ ਪੀੜਾਂ ਲੱਗ ਜਾਣਾ, ਤੇ ਲੋਕੀ ਫਟਾਫਟ ਮਤਲਬ ਕਹਿੰਦਾ ਆਪਾਂ ਆਪਣੇ ਘਰ 'ਚ ਲੈ ਜਾਣਗੇ। ਤੇ ਇਹਦਾ ਹਾਲ ਕੀ ਹੈ ਭਲਾ? ਜਦੋਂ ਇਹਨੇ ਪੈਦਾ ਹੋਣਾ, ਕੋਈ ਨਹੀਂ ਜਗ੍ਹਾ ਦੇ ਰਿਹਾ। ਆਖਿਰਕਾਰ ਇੱਕ ਸਰਾਂ ਦੇ ਵਿੱਚ ਇੱਕ ਮੱਝਾਂ ਦਾ ਵਾੜਾ, ਉਸ ਵਾੜੇ ਦੇ ਵਿੱਚ ਜਾ ਕੇ ਇਹਦਾ ਜਨਮ ਹੁੰਦਾ ਆ, ਤੇ ਕੱਪੜੇ 'ਚ ਲਪੇਟ ਕੇ ਰੱਖਿਆ ਕਿੱਥੇ ਜਾਂਦਾ ਭਲਾ? ਖੁਰਲੀ ਦੇ ਵਿੱਚ। ਇੱਥੋਂ ਤੱਕ ਨੀਵਾਂ ਹੁੰਦਾ ਹੈ। ਪੂਰੀ ਕਾਇਨਾਤ ਦਾ ਮਾਲਕ ਇੱਥੋਂ ਤੱਕ ਆਪਣੇ ਆਪ ਨੂੰ ਸਾਡੀ ਖਾਤਰ ਕੀ ਕਰਦਾ ਭਲਾ? ਨੀਵਾਂ ਕਰਦਾ ਹੈ। ਇਹ ਸ਼ਾਹੀ ਵਸਤਰ ਪਹਿਨ ਕੇ ਨਹੀਂ ਨਿਕਲਦਾ। ਇਹ ਸਿਰ ਦੇ ਉੱਤੇ ਹੀਰੇ ਮੋਤੀਆਂ ਦਾ ਜੜਿਆ ਹੋਇਆ ਤਾਜ ਪਾ ਕੇ, ਇਹ ਹੱਥ ਦੇ ਵਿੱਚ ਬੰਸਰੀ ਲੈ ਕੇ ਤੇ ਕਲਾਕਾਰ ਬਣ ਕੇ ਵੀ ਇਹ ਜਨਾਨੀਆਂ ਦੇ ਕੱਪੜੇ ਵੀ ਨਹੀਂ ਚੁੱਕਦਾ। ਇਹ ਕਿਸੇ ਦੇ ਘਰ 'ਚ ਮੱਖਣ ਚੋਰੀ ਕਰਨ ਨਹੀਂ ਜਾਂਦਾ। ਕਿਉਂ? ਕਿਉਂਕਿ ਇਹਨੇ ਚੰਗੀਆਂ ਚੀਜ਼ਾਂ ਦਾ ਨਮੂਨਾ ਦੇਣਾ, ਚੋਰ ਬਣ ਕੇ ਥੋੜ੍ਹੀ ਹੋਣਾ ਉਹਨੇ। ਤੇ ਇਹੋ ਜਿਹਾ ਪ੍ਰਭੂ ਜਿਹੜਾ ਸਿੱਖਿਆ ਦੇ ਰਿਹਾ ਆ, ਉਹਨੇ ਉਸ ਸਿੱਖਿਆ ਨੂੰ ਦੇਣ ਤੋਂ ਪਹਿਲਾਂ ਸਭ ਕੁਝ ਆਪਣੇ ਵਿੱਚ ਦਿਖਾਇਆ ਆ। ਨੀਵੇਂ ਹੋਣ ਦਾ ਨਮੂਨਾ ਉਹਨੇ ਦਿੱਤਾ ਕਿ ਇਨਸਾਨ ਕੱਲ੍ਹ ਨੂੰ ਕੋਈ ਨਾ ਕਵੇ ਮੈਂ ਤੇਰੀ ਖਾਤਰ ਬਹੁਤ ਨੀਵਾਂ ਹੋਇਆ, ਕੋਈ ਬੰਦਾ ਉਹਦੇ ਨਾਲ ਅੱਖ ਮਿਲਾ ਕੇ ਗੱਲ ਨਾ ਕਰ ਸਕੇ। ਇਸ ਕਰਕੇ ਤੀਸਰੇ ਆਕਾਸ਼ ਦੀ ਮਹਿਮਾ ਨੂੰ ਛੱਡ ਕੇ ਤੇ ਖੁਰਲੀ ਵਿੱਚ ਆਇਆ ਜੀ, ਜਿੱਥੇ ਪਸ਼ੂ ਚਾਰਾ ਖਾਂਦੇ ਆ, ਉੱਥੇ ਉਹ ਇੱਕ ਬੱਚੇ ਦੇ ਰੂਪ ਦੇ ਵਿੱਚ ਬੈਠਾ, ਕੱਲ੍ਹ ਨੂੰ ਕੋਈ ਉਂਗਲੀ ਚੱਕ ਨਾ ਸਕੇ। ਦਰਦ ਸਹੀ ਆ ਪੂਰੀ, ਕੱਲ੍ਹ ਨੂੰ ਕੋਈ ਇਹ ਨਾ ਕਹਿ ਸਕੇ ਤੈਨੂੰ ਕੀ ਪਤਾ। ਜਿਹੜੇ ਕੋੜੇ ਪ੍ਰਭੂ ਯਿਸੂ ਮਸੀਹ ਦੇ ਜਿਸਮ ਦੇ ਉੱਤੇ ਚਲਾਏ ਗਏ ਆ, ਵੈਸੇ ਕੋੜੇ ਨਾ ਉਸ ਤੋਂ ਪਹਿਲਾਂ ਤੇ ਨਾ ਉਸ ਤੋਂ ਬਾਅਦ ਕਿਸੇ ਨੂੰ ਮਾਰੇ ਗਏ। ਕੋੜੇ ਮਾਰਨ ਤੋਂ ਬਾਅਦ ਤਕਰੀਬਨ ਲੋਕ ਮਰ ਜਾਂਦੇ ਸੀ ਜਿਹੜੇ ਕੋੜੇ ਯਿਸੂ ਮਸੀਹ ਨੂੰ ਵੱਜੇ, ਕਿਉਂਕਿ ਉਹ ਜਿਹੜੀਆਂ ਹੱਡੀਆਂ ਦਾ ਵਿੱਚ ਇਸਤੇਮਾਲ ਕੀਤਾ ਗਿਆ ਨਾ ਉਹਨਾਂ ਕੋੜਿਆਂ ਵਿੱਚ, ਉਹਦੇ ਵਿੱਚ ਜ਼ਹਿਰ ਹੁੰਦੀ ਹੈ। ਅਤੇ ਉਸ ਤੋਂ ਬਾਅਦ ਜ਼ਿਆਦਾ ਦੇਰ ਤੱਕ ਬੰਦਾ ਪਲੂਸ ਦੇ ਉਹ ਕੋੜੇ ਨਹੀਂ ਪਏ ਸੀ ਜਿਹੜੇ ਯਿਸੂ ਮਸੀਹ ਦੇ ਪਏ ਆ। ਇਹਦੇ ਲਈ ਸਪੈਸ਼ਲ ਕੋੜਾ ਬਣਾਇਆ ਗਿਆ ਸੀ ਜਿਹੜਾ ਇਹਦੇ ਮਾਰਿਆ ਜਾਣਾ ਸੀ। ਔਰ ਉਹ ਕੋੜੇ ਖਾ ਕੇ ਵੀ ਮਰਦਾ ਨਹੀਂਗਾ, ਫਿਰ ਉਹਨੂੰ ਇੱਕ 100 ਫੁੱਟ ਗਹਿਰੇ ਕੂਏ ਦੇ ਵਿੱਚ ਸਾਰੀ ਰਾਤ ਰੱਖਿਆ ਜਾਂਦਾ, ਜਿੱਥੇ ਕ੍ਰਿਮੀਨਲਾਂ ਨੂੰ ਰੱਖਿਆ ਜਾਂਦਾ, ਖਤਰਨਾਕ ਮੁਜਰਿਮ ਭੱਜ ਨਾ ਜਾਣ, ਜਿੱਥੇ ਆਕਸੀਜਨ ਨਾ ਮਾਤਰ ਆ, ਉੱਥੇ ਵੀ ਮਰਿਆ ਨਹੀਂ। ਫਿਰ ਉਹਨੂੰ ਉੱਥੋਂ ਕੱਢ ਕੇ ਅਤੇ ਉਹਦੇ ਮੋਢੇ 'ਤੇ ਸਲੀਬ ਰੱਖ ਕੇ ਅਤੇ ਉਹਨੂੰ ਕਹਿੰਦੇ ਚੱਲ ਹੁਣ ਚੱਲ ਉੱਧਰ ਨੂੰ। ਅਤੇ ਰਾਹ ਵਿੱਚ ਜਲੀਲ ਵੀ ਕਰਦੇ ਆ, ਬੈਂਤ ਵੀ ਮਾਰਦੇ ਆ, ਲੋਕ ਥੁੱਕਦੇ ਵੀ ਆ, ਤਰ੍ਹਾਂ ਦੀਆਂ ਗੱਲਾਂ ਕਰਦੇ ਆ।
ਲੇਕਿਨ ਪੂਰੀ ਕਾਇਨਾਤ ਦਾ ਮਾਲਕ ਕਿਸੇ ਦੀ ਵੀ ਗੱਲ ਦੀ ਪਰਵਾਹ ਕੀਤੇ ਬਿਨਾ ਆਪਣੀ ਸਲੀਬ ਆਪ ਚੁੱਕ ਕੇ ਤੇ ਉਸ ਜਗ੍ਹਾ ਵੱਲ ਨੂੰ ਵੱਧ ਰਿਹਾ ਜਿੱਥੇ ਜਾ ਕੇ ਉਹਨੇ ਆਪਣੀ ਜਾਨ ਦੇ ਕੇ ਇਸ ਗੁਨੇਗਾਰ ਨੂੰ ਬਚਾਉਣਾ ਹੈ। ਤੇ ਨਮੂਨਾ ਹਰ ਤਰ੍ਹਾਂ ਦਾ ਉਹ ਦੇ ਕੇ ਗਿਆ। ਨੀਵੇਂ ਹੋਣ ਦਾ ਨਮੂਨਾ ਉਹਨੇ ਦਿੱਤਾ, ਸਹਿਣ ਦਾ ਨਮੂਨਾ ਉਹਨੇ ਦਿੱਤਾ, ਤਕਲੀਫ ਦਾ ਨਮੂਨਾ ਉਹਨੇ ਦਿੱਤਾ। ਸਾਰੇ ਨਮੂਨਿਆਂ ਵਿੱਚੋਂ ਗੁਜ਼ਰ ਕੇ ਫਿਰ ਸਾਡੇ ਅੱਗੇ ਰੱਖਦਾ ਗੱਲ ਵੀ ਹੁਣ ਤੁਸੀਂ ਇਸ ਨਮੂਨੇ ਦੇ ਮੁਤਾਬਕ ਬਣਨਾ ਆ। ਸਵਰਗ ਦਾ ਰਾਜ ਕਿਹਦੇ ਲਈ ਹੈ? ਜਿਹੜਾ ਇਸ ਨਮੂਨੇ ਦੇ ਉੱਤੇ। ਇੰਨਾ ਸੌਖਾ ਨਹੀਂ ਗਾ ਜਿੰਨਾ ਸਾਡੇ ਸਾਈਆਂ ਨੇ ਸੌਖਾ ਬਣਾਇਆ ਹੋਇਆ ਵੀ ਖਰੇ ਬਸ ਹਾਲੇਲੂਇਆ ਕਰਕੇ ਐਤਵਾਰ ਨੂੰ ਚਰਚ ਜਾ ਕੇ ਅਸੀਂ ਸਵਰਗ ਦੇ ਵਿੱਚ ਚੱਲ ਜਾਣਾ। ਇਹ ਤੇ ਉਹਦੇ ਵਾਂਗੂ ਪੂਰਾ ਸਿਸਟਮ ਬਣਾਉਣਾ ਪੈਣਾ ਆਪਣੇ ਜੀਵਨ ਦੇ ਵਿੱਚ, ਤੇ ਫਿਰ ਉਹ ਜਗ੍ਹਾ ਮਿਲਣੀ ਆ। ਉਹਦੇ ਨਾਲ ਬੈਠਣ ਦੇ ਲਈ ਉਹਦੇ ਵਰਗਾ ਬਣਨ ਦੀ, ਹਰ ਗੱਲ ਦੇ ਵਿੱਚ ਉਹਦੇ ਵਰਗਾ ਬਣਨਾ ਪੈਣਾ, ਫਿਰ ਉਹਦੇ ਨਾਲ ਬੈਠ ਸਕਦੇ ਆ, ਅਦਰਵਾਈਜ਼ ਬੈਠ ਨਹੀਂ ਸਕਦੇ। ਸੋ ਮੁੱਖ ਦੀ ਗੱਲ ਸਮਾਪਤ ਕਰਦੇ ਆ। ਬੱਚੇ ਨੂੰ ਉਹ ਸਿੱਖਿਆ ਦੇ ਜਿਹਦੇ ਉੱਤੇ ਉਹਨੇ ਚੱਲਣਾ ਆ। ਸਿੱਖਿਆ ਦੇਣ ਤੋਂ ਪਹਿਲਾਂ ਉਸ ਸਿੱਖਿਆ ਦੇ ਵਿੱਚ ਆਪਣੇ ਆਪ ਨੂੰ ਦਿਖਾਉਣਾ ਆ। ਵਚਨ ਦੇ ਮੁਤਾਬਕ ਖੁਦਾ ਨੇ ਸਾਨੂੰ ਆਪਣੀ ਸਿੱਖਿਆ ਲਿਖ ਕੇ ਦਿੱਤੀ ਆ। ਉਹਨੇ ਆਪ ਆਪਣਾ ਨਮੂਨਾ ਦਿੱਤਾ ਆ ਜਿੱਦਾਂ ਅਸੀਂ ਚੱਲਣਾ ਆ। ਸੋ ਉਸੇ ਤਰ੍ਹਾਂ ਅਸੀਂ ਗੱਲਾਂ ਬਾਤਾਂ ਨਾ ਕਰੀਏ। ਜੇ ਅਸੀਂ ਚਾਹੁੰਦੇ ਹਾਂ ਕਿ ਦੂਸਰਾ ਉਹਦੇ ਉੱਤੇ ਚੱਲੇ ਤੇ ਫਿਰ ਸਭ ਤੋਂ ਪਹਿਲਾਂ ਜ਼ਰੂਰੀ ਕੀ ਆ? ਅਸੀਂ ਆਪ ਉਹਨੂੰ ਉਹਦੇ ਉੱਤੇ ਚੱਲ ਕੇ ਦਿਖਾਈਏ। ਆਪਣੇ ਅੱਖਾਂ ਨੂੰ ਬੰਦ ਕਰੀਏ, ਸਿਰਾਂ ਝੁਕਾਈਏ, ਥੋੜੀ ਦੇਰ ਦੀ ਸ਼ੁਕਰਗੁਜ਼ਾਰੀ ਕਰਦੇ ਹਾਂ। ਹਾਲੇਲੂਇਆ, ਤੇਰਾ ਸ਼ੁਕਰ, ਧੰਨਵਾਦ ਹੋ, ਧੰਨਵਾਦ ਹੋ, ਧੰਨਵਾਦ। ਹਾਲੇਲੂਇਆ, तेरा शुक्र हो, शुक्र हो, शुक्र हो। धन्यवाद, धन्यवाद, तेरा शुक्र। तेरे अच्छे वचनां दे वास्ते पिता जी तेरा धन्नवाद करते हैं। ਤੁਹਾਡੇ ਦਿੱਤੇ ਹੋਏ ਉਸ ਨਮੂਨੇ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ, ਜੋ ਨਮੂਨਾ ਤੁਸੀਂ ਸਾਡੇ ਅੱਗੇ ਰੱਖਿਆ ਕਿ ਅਸੀਂ ਉਸ ਮੁਤਾਬਕ ਆਪਣੇ ਜੀਵਨ ਨੂੰ ਚਲਾ ਸਕੀਏ। ਕਈ ਵਾਰ ਅਸੀਂ ਉੱਠਦੇ ਹਾਂ, ਡਿੱਗਦੇ ਹਾਂ ਖੁਦਾਵੰਦ, ਪਰ ਫਿਰ ਤੁਸੀਂ ਸੰਭਾਲ ਲੈਂਦੇ ਹੋ। ਤੁਹਾਡਾ ਧੰਨਵਾਦ ਕਰਦੇ ਹਾਂ। ਔਰ ਤੁਹਾਡੀ ਕਿਰਪਾ ਦੇ ਵਿੱਚ ਰਹਿ ਕੇ ਹੀ ਇਨਸਾਨ ਕਾਮਲ ਤੇ ਸਿੱਧ ਹੋ ਸਕਦਾ ਹੈ। ਇਸ ਲਈ ਹਰੇਕ ਜ਼ਿੰਦਗੀ ਦੇ ਲਈ ਤੁਹਾਡੀ ਕਿਰਪਾ ਨੂੰ ਮੰਗ ਲੈਂਦੇ ਹਾਂ। ਹਰ ਜ਼ਿੰਦਗੀ ਇਹ ਦ੍ਰਿੜ ਫੈਸਲਾ ਲਵੇ ਕਿ ਮੈਂ ਉਸੇ ਨਮੂਨੇ ਉੱਤੇ ਚੱਲਣਾ ਆ ਜਿਹੜਾ ਨਮੂਨਾ ਤੁਸੀਂ ਸਾਡੇ ਅੱਗੇ ਰੱਖ ਕੇ ਗਏ। ਔਰ ਜਿਹੜਾ ਵੀ ਆਪਣੇ ਮਨ ਦੇ ਵਿੱਚ ਠਾਣ ਲੈਂਦਾ ਖੁਦਾਵੰਦ ਕਿ ਮੈਂ ਉਸੇ ਤਰ੍ਹਾਂ ਚੱਲਣਾ, ਤੁਸੀਂ ਉਹਦੇ ਨਾਲ ਹੋ ਕੇ ਚੱਲਦੇ। ਤੁਹਾਡੇ ਇਹਨਾਂ ਨੇਕ ਵਾਅਦਿਆਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਆਉਣ ਵਾਲੇ ਸਾਰੇ ਸਮੇਂ ਨੂੰ ਤੁਹਾਡੇ ਮੁਬਾਰਕ ਹੱਥਾਂ 'ਚ ਦਿੰਦੇ ਹਾਂ। ਜਿੰਨੇ ਵੀ ਲੋਕਾਂ ਨੇ ਸੁਣਿਆ ਵਚਨ ਖੁਦਾਵੰਦ, ਉਹਨਾਂ ਦੇ ਦਿਲ ਦੀਆਂ ਗਹਿਰਾਈਆਂ ਤੱਕ ਇਹ ਵਚਨ ਵੱਸ ਜਾਵੇ ਖੁਦਾਵੰਦ। ਜੋ ਔਨਲਾਈਨ ਵੀ ਸੁਣ ਰਹੇ ਹਨ ਖੁਦਾਵੰਦ, ਉਹਨਾਂ ਦੇ ਲਈ ਵੀ ਤੁਹਾਡੇ ਵੱਡੇ ਫਜ਼ਲ ਨੂੰ ਮੰਗਦੇ ਹਾਂ। ਜੋ ਅੱਗਿਓਂ ਵੀ ਸੁਣਨ ਖੁਦਾਵੰਦ, ਉਹਨਾਂ ਦੇ ਉੱਤੇ ਵੀ ਤੁਹਾਡੀ ਕਿਰਪਾ ਬਣੀ ਰਹੇ। ਸਾਡੀ ਪ੍ਰਾਰਥਨਾ ਸੁਣੋ, ਕਬੂਲ ਕਰੋ ਮਸੀਹ ਯਿਸੂ ਦੇ ਨਾਮ ਦੇ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਦੇ ਨਾਲ ਬਣੀ ਰਹੇ। ਆਮੀਨ, ਹਾਲੇਲੂਇਆ। ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਆਸ਼ੀਸ਼ ਦੇਵੇ। ਸਭ ਨੂੰ ਜੈ ਮਸੀਹ।